ਹੈਲੋ ਸਟੂਡੈਂਟਸ, ਕਿਵੇਂ ਹੋ ਸਾਰੇ? ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਗ੍ਰਹਿ ਵਿਗਿਆਨ ਜਮਾਤ 8ਵੀਂ ਦਾ ਪਹਿਲਾ ਪਾਠ, ਜਿਸ ਦਾ ਨਾਮ ਹੈ ਨਿੱਜੀ ਦੇਖਭਾਲ ਕਰਾਂਗੇ। ਨਿੱਜੀ ਦੇਖਭਾਲ ਦਾ ਮਤਲਬ ਹੈ ਆਪਣੀ ਸਿਹਤ ਦਾ ਧਿਆਨ ਰੱਖਣਾ। ਚੰਗੀ ਸਿਹਤ ਦਾ ਮਤਲਬ ਹੈ ਆਦਮੀ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਹੋਣਾ। ਨਿੱਜੀ ਦੇਖਭਾਲ ਵਿੱਚ ਆਪਣੇ ਸਰੀਰ ਦੀ ਸਾਫ਼ ਸਫਾਈ, ਜਿਵੇਂ ਅੱਖਾਂ, ਨੱਕ, ਕੰਨ, ਗਲੇ, ਚਿਹਰੇ, ਵਾਲਾਂ, ਚਮੜੀ ਆਦਿ ਦੀ ਸਫਾਈ, ਜੋ ਤੁਸੀਂ ਪਿਛਲੀ ਜਮਾਤ 7ਵੀਂ ਵਿੱਚ ਵੀ ਪੜ੍ਹ ਚੁੱਕੇ ਹੋ, ਦੇ ਨਾਲ ਨਾਲ ਚੰਗੀ ਖੁਰਾਕ, ਸੰਤੁਲਿਤ ਭੋਜਨ ਖਾਣਾ, ਕਸਰਤ ਕਰਨਾ, ਸਾਫ਼ ਸਫਾਈ, ਮੌਸਮ ਦੇ ਮੁਤਾਬਿਕ ਕੱਪੜੇ ਪਾਉਣੇ, ਠੀਕ ਤਰ੍ਹਾਂ ਉੱਠਣਾ ਬੈਠਣਾ ਆਦਿ ਦਾ ਵੀ ਖਿਆਲ ਰੱਖਣਾ ਹੈ। ਸਰੀਰ ਦੀ ਸਫਾਈ ਲਈ ਸਾਬਣ, ਪਾਊਡਰ, ਕਰੀਮ, ਤੇਲ ਦੀ ਵਰਤੋਂ ਕਰਨਾ। ਹੁਣ ਆਪਾਂ ਆਪਣੀ 8ਵੀਂ ਕਲਾਸ ਦੀ ਗ੍ਰਹਿ ਵਿਗਿਆਨ ਦੀ ਕਿਤਾਬ ਵਿੱਚ ਪਹਿਲਾ ਪਾਠ ਹੈ ਨਿੱਜੀ ਦੇਖਭਾਲ, ਉਹ ਪੜ੍ਹਾਂਗੇ। ਚੰਗੀ ਸਿਹਤ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਆਦਮੀ ਨੂੰ ਕੋਈ ਬਿਮਾਰੀ ਨਾ ਹੋਵੇ, ਪਰੰਤੂ ਇਹ ਹੈ ਕਿ ਆਦਮੀ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਹੋਵੇ, ਤਾਂ ਕਿ ਉਸ ਨੂੰ ਆਪਣੇ ਰੋਜ਼ ਦੇ ਕੰਮਾਂ ਵਿੱਚ ਕਠਿਨਾਈ ਨਾ ਆਏ ਅਤੇ ਉਹ ਬਿਨਾਂ ਬਹੁਤੀ ਥਕਾਵਟ ਮਹਿਸੂਸ ਕੀਤੇ ਆਪਣੇ ਸਾਰੇ ਕੰਮ ਨਿਭਾ ਸਕੇ। ਨਿੱਜੀ ਦੇਖਭਾਲ ਵਿੱਚ ਨਾ ਸਿਰਫ ਸਰੀਰ ਦੇ ਸਾਰੇ ਕੰਮ ਅੰਗਾਂ ਜਿਵੇਂ ਅੱਖਾਂ, ਦੰਦਾਂ, ਹੱਥਾਂ, ਨਹੁੰਾਂ, ਵਾਲਾਂ ਦੀ ਸਫਾਈ ਆਉਂਦੀ ਹੈ, ਜੋ ਤੁਸੀਂ ਪਿਛਲੀ ਸ਼੍ਰੇਣੀ ਵਿੱਚ ਵੀ ਪੜ੍ਹ ਚੁੱਕੇ ਹੋ, ਪਰ ਹੋਰ ਦੂਸਰੀਆਂ ਗੱਲਾਂ ਜਿਹੜੀਆਂ ਸਿਹਤ ਠੀਕ ਰੱਖਣ ਲਈ ਜ਼ਰੂਰੀ ਹਨ, ਜਿਵੇਂ ਕਿ ਚੰਗੀ ਖੁਰਾਕ, ਸੌਣਾ, ਕਸਰਤ, ਸਾਫ਼ ਸਫਾਈ ਅਤੇ ਮੌਸਮ ਦੇ ਮੁਤਾਬਿਕ ਕੱਪੜੇ, ਠੀਕ ਤਰ੍ਹਾਂ ਉੱਠਣਾ ਬੈਠਣਾ ਅਤੇ ਜ਼ਿੰਦਗੀ ਵੱਲ ਇਨਸਾਨ ਦਾ ਦ੍ਰਿਸ਼ਟੀਕੋਣ ਵੀ ਸ਼ਾਮਿਲ ਹਨ। ਸਰੀਰ ਦੀ ਸਫਾਈ ਲਈ ਸਾਬਣ, ਤੇਲ, ਕਰੀਮ ਅਤੇ ਪਾਊਡਰ ਦੀ ਵਰਤੋਂ ਬਹੁਤ ਜ਼ਰੂਰੀ ਹੈ। ਹੁਣ ਆਪਾਂ ਭੋਜਨ ਦੇ ਬਾਰੇ ਜਾਣਕਾਰੀ ਲਵਾਂਗੇ। ਸੰਤੁਲਿਤ ਭੋਜਨ ਜਾਂ ਪੂਰੀ ਖੁਰਾਕ ਖਾ ਕੇ ਹੀ ਆਪਾਂ ਸਵਸਥ ਰਹਿ ਸਕਾਂਗੇ। ਆਪਾਂ ਨੂੰ ਬਿਮਾਰੀਆਂ ਤੋਂ ਭੋਜਨ ਹੀ ਸੁਰੱਖਿਅਤ ਰੱਖਦਾ ਹੈ। ਜੇਕਰ ਆਪਾਂ ਸੰਤੁਲਿਤ ਭੋਜਨ ਨਹੀਂ ਖਾਵਾਂਗੇ ਤਾਂ ਬਿਮਾਰ ਹੋ ਜਾਵਾਂਗੇ। ਭੋਜਨ ਪਚਣ ਤੋਂ ਬਾਅਦ ਆਪਾਂ ਨੂੰ ਗਰਮੀ ਅਤੇ ਸ਼ਕਤੀ ਦਿੰਦਾ ਹੈ, ਤਾਂ ਹੀ ਆਪਾਂ ਕੋਈ ਕੰਮ ਕਰ ਸਕਦੇ ਹਾਂ। ਪੌਸ਼ਟਿਕ ਤੱਤ। ਭੋਜਨ ਵਿੱਚ ਕੁਝ ਪੌਸ਼ਟਿਕ ਤੱਤ ਹੁੰਦੇ ਹਨ, ਜਿਵੇਂ ਕਾਰਬੋਹਾਈਡਰੇਟ, ਪ੍ਰੋਟੀਨ, ਚਿਕਨਾਈ, ਵਿਟਾਮਿਨ, ਖਣਿਜ ਲੂਣ ਅਤੇ ਪਾਣੀ, ਜਿਨ੍ਹਾਂ ਦਾ ਆਪਣੇ ਸਰੀਰ ਵਿੱਚ ਅਲੱਗ-ਅਲੱਗ ਕੰਮ ਹੁੰਦਾ ਹੈ। ਜਿਵੇਂ ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਚਿਕਨਾਈ ਆਪਾਂ ਨੂੰ ਸ਼ਕਤੀ ਜਾਂ ਊਰਜਾ ਦਿੰਦੇ ਹਨ, ਮਤਲਬ ਕਿ ਆਪਾਂ ਨੂੰ ਚਾਰਜ ਕਰਦੇ ਹਨ। ਜਿਵੇਂ ਮੋਬਾਈਲ ਨੂੰ ਚਲਾਉਣ ਲਈ ਆਪਾਂ ਮੋਬਾਈਲ ਨੂੰ ਚਾਰਜਰ ਲਗਾਉਂਦੇ ਹਾਂ, ਚਾਰਜ ਕਰਦੇ ਹਾਂ ਅਤੇ ਹੀ ਫੋਨ ਕੰਮ ਕਰਦਾ ਹੈ, ਨਹੀਂ ਤਾਂ ਉਹ ਬੰਦ ਹੋ ਜਾਂਦਾ ਹੈ। ਉਵੇਂ ਹੀ ਭੋਜਨ ਖਾ ਕੇ ਆਪਾਂ ਚਾਰਜ ਹੁੰਦੇ ਹਾਂ, ਮਤਲਬ ਸ਼ਕਤੀ ਮਿਲਦੀ ਹੈ, ਤਾਕਤ ਮਿਲਦੀ ਹੈ। ਵਿਟਾਮਿਨ ਅਤੇ ਖਣਿਜ ਲੂਣ ਆਪਣੇ ਸਰੀਰ ਦੀ ਰੱਖਿਆ ਕਰਦੇ ਹਨ ਅਤੇ ਆਪਾਂ ਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ। ਪ੍ਰੋਟੀਨ ਆਪਣੇ ਸਰੀਰ ਦੀ ਸੈੱਲ ਜਾਂ ਤੰਤੂ ਬਣਾਉਂਦਾ ਹੈ ਅਤੇ ਟੁੱਟੇ ਭੱਜੇ ਸੈੱਲ ਦੀ ਮੁਰੰਮਤ ਕਰਦਾ ਹੈ। ਐਵੇਂ ਹੀ ਕੈਲਸ਼ੀਅਮ ਅਤੇ ਫਾਸਫੋਰਸ ਆਪਣੇ ਹੱਡੀਆਂ ਅਤੇ ਦੰਦਾਂ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ। ਇਹ ਸਾਰੇ ਪੌਸ਼ਟਿਕ ਤੱਤ ਆਪਾਂ ਨੂੰ ਇੱਕ ਭੋਜਨ ਵਿੱਚ ਨਹੀਂ ਮਿਲਦੇ, ਇਸ ਲਈ ਆਪਾਂ ਨੂੰ ਕਈ ਪ੍ਰਕਾਰ ਦੇ ਭੋਜਨ ਖਾਣੇ ਪੈਂਦੇ ਹੈ, ਜਿਵੇਂ ਅਨਾਜ, ਦਾਲਾਂ, ਦੁੱਧ, ਸਬਜ਼ੀਆਂ, ਫਲ, ਗੁੜ, ਸ਼ੱਕਰ, ਘਿਓ, ਤੇਲ, ਮਾਸ, ਮੱਛੀ ਅਤੇ ਆਂਡੇ। ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਕਿ ਭੋਜਨ ਤੁਸੀਂ ਇੱਕੋ ਹੀ ਵਰਗਾ ਰੋਜ਼ ਦਾ ਨਹੀਂ ਖਾਂਦੇ, ਬਦਲ ਕੇ ਸਬਜ਼ੀ ਬਣਾ ਕੇ ਖਾਂਦੇ ਹੋ, ਫਲ ਫਰੂਟ ਵੀ ਅਲੱਗ-ਅਲੱਗ ਤਰ੍ਹਾਂ ਦੇ ਖਾਂਦੇ ਹੋ, ਹੈ ਨਾ। ਦੁੱਧ ਇੱਕ ਇਹੋ ਜਿਹਾ ਖਾਦ ਪਦਾਰਥ ਹੈ ਜਿਸ ਨੂੰ ਸੰਪੂਰਨ ਆਹਾਰ ਮੰਨਿਆ ਗਿਆ ਹੈ, ਪਰ ਇਸ ਵਿੱਚ ਵੀ ਲੋਹੇ ਅਤੇ ਵਿਟਾਮਿਨ ਸੀ ਦੀ ਕਮੀ ਹੁੰਦੀ ਹੈ। ਇਸ ਲਈ ਆਪਾਂ ਨੂੰ ਸਵਸਥ ਰਹਿਣ ਲਈ ਅਤੇ ਬਿਮਾਰੀਆਂ ਤੋਂ ਬਚਣ ਲਈ ਸਾਰੇ ਹੀ ਪ੍ਰਕਾਰ ਦੇ ਭੋਜਨ ਖਾਣੇ ਚਾਹੀਦੇ ਹੈ ਅਤੇ ਖਾਣਾ ਆਰਾਮ ਨਾਲ ਬੈਠ ਕੇ ਅਤੇ ਹੌਲੀ-ਹੌਲੀ ਚਬਾ ਕੇ ਖਾਣਾ ਚਾਹੀਦਾ ਹੈ। ਹੁਣ ਕਿਤਾਬ ਵਿੱਚੋਂ ਪਾਠ ਪੜ੍ਹਨਾ ਹੈ ਭੋਜਨ ਖੁਰਾਕ। ਭੋਜਨ ਪਚਣ, ਸਵਾਦ ਅਤੇ ਸਾਡੇ ਸਰੀਰ ਨੂੰ ਗਰਮੀ ਅਤੇ ਸ਼ਕਤੀ ਦਿੰਦਾ ਹੈ, ਨਵੇਂ ਤੰਤੂ ਬਣਾਉਂਦਾ ਹੈ ਅਤੇ ਪੁਰਾਣਿਆਂ ਦੀ ਮੁਰੰਮਤ ਕਰਦਾ ਹੈ ਅਤੇ ਸਾਡੇ ਸਰੀਰ ਵਿੱਚ ਅਜਿਹੇ ਹਾਰਮੋਨ ਅਤੇ ਐਂਜ਼ਾਈਮ ਬਣਾਉਂਦਾ ਹੈ ਜਿਸ ਨਾਲ ਸਾਡਾ ਸਰੀਰ ਠੀਕ ਹਾਲਤ ਵਿੱਚ ਰਹਿੰਦਾ ਹੈ। ਭੋਜਨ ਦੇ ਪੌਸ਼ਟਿਕ ਤੱਤ। ਭੋਜਨ ਨੂੰ 6 ਪੌਸ਼ਟਿਕ ਤੱਤਾਂ ਵਿੱਚ ਵੰਡਿਆ ਗਿਆ ਹੈ। ਕਾਰਬੋਹਾਈਡਰੇਟ, ਚਿਕਨਾਈ ਅਤੇ ਪ੍ਰੋਟੀਨ ਸਾਡੇ ਸਰੀਰ ਨੂੰ ਗਰਮੀ ਅਤੇ ਕੰਮ ਕਰਨ ਦੀ ਸ਼ਕਤੀ ਦਿੰਦੇ ਹਨ। ਕਾਰਬੋਹਾਈਡਰੇਟ ਸਾਨੂੰ ਨਿਸ਼ਾਸਤੇ ਵਾਲੀਆਂ ਚੀਜ਼ਾਂ
ਚੌਲ, ਆਟਾ, ਆਲੂ, ਸ਼ੱਕਰਕੰਦੀ, ਕੇਲਾ, ਗੁੜ, ਖੰਡ, ਸ਼ਹਿਦ ਅਤੇ ਫਲਾਂ ਤੋਂ ਮਿਲਦਾ ਹੈ। ਚਿਕਨਾਈ ਦੁੱਧ, ਘਿਓ, ਮੱਖਣ, ਤੇਲ, ਤੇਲਾਂ ਵਾਲੇ ਬੀਜ, ਸੁੱਕੇ ਮੇਵੇ, ਜਾਨਵਰਾਂ ਦੀ ਚਰਬੀ ਅਤੇ ਬਨਸਪਤੀ ਵਿੱਚੋਂ ਘਿਓ ਤੋਂ ਮਿਲਦੀ ਹੈ। ਪ੍ਰੋਟੀਨ ਬਨਸਪਤੀ ਅਤੇ ਪ੍ਰਾਣੀਜ ਦੋਵਾਂ ਸੋਮਿਆਂ ਤੋਂ ਮਿਲਦੀ ਹੈ। ਬਨਸਪਤੀ ਪ੍ਰੋਟੀਨ ਸੋਇਆਬੀਨ, ਰਾਜਮਾ, ਛੋਲੇ, ਦਾਲਾਂ, ਮਟਰ ਅਤੇ ਫਲੀਆਂ ਤੋਂ ਅਤੇ ਪ੍ਰਾਣੀਜ ਪ੍ਰੋਟੀਨ ਆਂਡਾ, ਦੁੱਧ, ਮਾਸ, ਮੱਛੀ ਅਤੇ ਮੁਰਗੇ ਆਦਿ ਤੋਂ ਮਿਲਦੀ ਹੈ। ਭੋਜਨ ਦੇ ਕਾਰਬੋਹਾਈਡਰੇਟਸ ਅਤੇ ਚਿਕਨਾਈ ਤੋਂ ਸਿਰਫ ਗਰਮੀ ਮਿਲਦੀ ਹੈ, ਜਦੋਂ ਕਿ ਭੋਜਨ ਪ੍ਰੋਟੀਨ, ਖਣਿਜ, ਲੂਣ ਅਤੇ ਪਾਣੀ ਦੀ ਸਹਾਇਤਾ ਨਾਲ ਸਾਡੇ ਸਰੀਰ ਦੇ ਤੰਤੂ ਦੀ ਵੀ ਬਣਾਉਂਦੇ ਹਨ ਅਤੇ ਟੁੱਟੇ ਅਤੇ ਕਸੇ ਹੋਏ ਤੰਤੂਆਂ ਦੀ ਮੁਰੰਮਤ ਵੀ ਹੁੰਦੀ ਹੈ। ਖਣਿਜ ਲੂਣ ਸਾਨੂੰ ਦੁੱਧ, ਕਲੇਂਜੀ, ਅੰਡੇ, ਹਰੀਆਂ ਸਬਜ਼ੀਆਂ ਅਤੇ ਫਲਾਂ ਤੋਂ ਮਿਲਦੇ ਹਨ। ਪਾਣੀ, ਖਣਿਜ ਲੂਣ ਅਤੇ ਵਿਟਾਮਿਨ ਸਾਡੇ ਸਰੀਰ ਦੀਆਂ ਕਿਰਿਆਵਾਂ ਨੂੰ ਠੀਕ ਹਾਲਤ ਵਿੱਚ ਰੱਖਦੇ ਹਨ ਅਤੇ ਹਾਰਮੋਨ ਅਤੇ ਐਂਜ਼ਾਈਮਸ ਬਣਾਉਣ ਵਿੱਚ ਮਦਦ ਕਰਦੇ ਹਨ। ਖਣਿਜ ਲੂਣਾਂ ਵਿੱਚੋਂ ਕੈਲਸ਼ੀਅਮ, ਫਾਸਫੋਰਸ, ਲੋਹਾ, ਆਇਓਡੀਨ ਅਤੇ ਵਿਟਾਮਿਨਾਂ ਵਿੱਚੋਂ ਵਿਟਾਮਿਨ ਏ, ਬੀ, ਸੀ, ਡੀ ਵਧੇਰੇ ਮਹੱਤਵਪੂਰਨ ਹਨ, ਕਿਉਂਕਿ ਕੋਈ ਇੱਕ ਵੀ ਭੋਜਨ ਅਜਿਹਾ ਨਹੀਂ ਹੈ ਜਿਸ ਵਿੱਚ ਭੋਜਨ ਦੇ ਸਾਰੇ ਤੱਤ ਠੀਕ ਹਾਲਤ ਮਾਤਰਾ ਵਿੱਚ, ਜਿਹੜੇ ਕਿ ਆਦਮੀ ਨੂੰ ਠੀਕ ਰਹਿਣ ਲਈ ਚਾਹੀਦੇ ਹਨ, ਵਿੱਚ ਮਿਲਦੇ ਹੋਣ। ਇਸ ਲਈ ਸਾਨੂੰ ਹਰ ਰੋਜ਼ ਭਿੰਨ-ਭਿੰਨ ਸੋਮਿਆਂ ਤੋਂ ਭੋਜਨ ਲੈਣਾ ਚਾਹੀਦਾ ਹੈ ਤਾਂ ਕਿ ਜੀਵਨ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਸਿਰਫ ਦੁੱਧ ਹੀ ਅਜਿਹਾ ਭੋਜਨ ਹੈ ਜਿਸ ਨੂੰ ਪੂਰਨ ਆਹਾਰ ਕਿਹਾ ਜਾਂਦਾ ਹੈ ਅਤੇ ਜਿਸ ਵਿੱਚ ਕਾਫੀ ਸਾਰੇ ਤੱਤ ਠੀਕ ਮਿਕਦਾਰ ਵਿੱਚ ਪਾਏ ਜਾਂਦੇ ਹਨ, ਪਰ ਇਸ ਵਿੱਚ ਵੀ ਲੋਹਾ ਅਤੇ ਵਿਟਾਮਿਨ ਘੱਟ ਹੁੰਦੇ ਹਨ। ਇਸ ਲਈ ਦੁੱਧ ਨਾਲ ਵੀ ਦੂਸਰੇ ਭੋਜਨਾਂ ਦੀ ਲੋੜ ਪੈਂਦੀ ਹੈ। 6ਵੀਂ ਸ਼੍ਰੇਣੀ ਦੇ ਅਧਿਆਇ ਦੂਜੇ ਵਿੱਚ ਭੋਜਨ ਦੇ ਕੰਮ, ਤੱਤ ਅਤੇ ਊਰਜਾ ਦੇ ਸਰੋਤ ਬਾਰੇ ਅਧਿਐਨ ਕਰ ਚੁੱਕੇ ਹੋ। ਇਸ ਦੀ ਦੁਹਰਾਈ ਵੀ ਕਰੋ। ਭੋਜਨ ਨੂੰ ਇਸ ਪ੍ਰਕਾਰ ਪਕਾਓ ਕਿ ਇਹ ਪਚਣ ਯੋਗ ਹੋ ਜਾਵੇ। ਭੋਜਨ ਹਮੇਸ਼ਾ ਤਾਜ਼ਾ ਅਤੇ ਖੁਸ਼ਬੂਦਾਰ ਹੋਣਾ ਚਾਹੀਦਾ ਹੈ ਤਾਂ ਕਿ ਖਾਣ ਨੂੰ ਜੀ ਕਰੇ। ਭੋਜਨ ਬੇਹਾ, ਬਾਸੀ, ਜ਼ਰੂਰਤ ਤੋਂ ਘੱਟ ਜਾਂ ਵਧੇਰੇ ਪੱਕਿਆ ਹੋਇਆ ਨਹੀਂ ਹੋਣਾ ਚਾਹੀਦਾ। ਸਵੇਰੇ ਅਤੇ ਸ਼ਾਮ ਦੇ ਖਾਣੇ ਵਿੱਚ ਭਿੰਨਤਾ ਹੋਣੀ ਚਾਹੀਦੀ ਹੈ। ਖਾਣਾ ਹਮੇਸ਼ਾ ਵੇਲੇ ਸਿਰ ਖਾਣਾ ਚਾਹੀਦਾ ਹੈ। ਜ਼ਰੂਰਤ ਤੋਂ ਜ਼ਿਆਦਾ ਖਾਣਾ ਖਾਣ ਨਾਲ ਪੇਟ ਖਰਾਬ ਹੋ ਜਾਂਦਾ ਹੈ, ਕਿਉਂਕਿ ਮੈਦੇ ਨੂੰ ਵਧੇਰੇ ਕੰਮ ਕਰਨਾ ਪੈਂਦਾ ਹੈ। ਜ਼ਰੂਰਤ ਨਾਲੋਂ ਥੋੜ੍ਹਾ ਜਿਹਾ ਘੱਟ ਖਾਣਾ ਚਾਹੀਦਾ ਹੈ। ਖਾਣੇ ਨਾਲ ਵਧੇਰੇ ਪਾਣੀ ਨਹੀਂ ਪੀਣਾ ਚਾਹੀਦਾ, ਕਿਉਂਕਿ ਭੋਜਨ ਪਚਾਉਣ ਵਾਲੇ ਰਸ ਪਤਲੇ ਹੋ ਜਾਂਦੇ ਹਨ। ਭੋਜਨ ਜਲਦੀ ਨਾਲ ਪਚਦਾ ਨਹੀਂ। ਭੋਜਨ ਹੌਲੀ-ਹੌਲੀ ਚੰਗੀ ਤਰ੍ਹਾਂ ਚਬਾ ਕੇ ਖਾਣਾ ਚਾਹੀਦਾ ਹੈ। ਬੱਚੋ, ਹੁਣ ਆਪਾਂ ਸਮਝਾਂਗੇ ਕਿ ਜ਼ਰੂਰਤ ਤੋਂ ਵੱਧ ਖਾਣਾ ਖਾਣਾ ਅਤੇ ਜ਼ਰੂਰਤ ਤੋਂ ਘੱਟ ਖਾਣਾ ਖਾਣਾ ਦੇ ਕੀ ਨੁਕਸਾਨ ਹੈਗੇ ਨੇ। ਜ਼ਰੂਰਤ ਤੋਂ ਵੱਧ ਖਾਣਾ ਖਾਣਾ ਵੀ ਸਿਹਤ ਲਈ ਹਾਨੀਕਾਰਕ ਹੈ। ਜੇਕਰ ਆਪਾਂ ਜ਼ਰੂਰਤ ਤੋਂ ਜ਼ਿਆਦਾ ਖਾਣਾ ਖਾਵਾਂਗੇ ਤਾਂ ਵੀ ਆਪਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀ ਹੈ। ਆਪਣੀ ਪਾਚਨ ਕਿਰਿਆ ਠੀਕ ਨਹੀਂ ਹੋਵੇਗੀ। ਜ਼ਿਆਦਾ ਖਾਣ ਨਾਲ ਗੁਰਦਿਆਂ ਨੂੰ ਜ਼ਿਆਦਾ ਕੰਮ ਕਰਨਾ ਪਵੇਗਾ ਅਤੇ ਭੋਜਨ ਪੂਰਾ ਨਹੀਂ ਪਚੇਗਾ, ਜਿਸ ਦੇ ਕਾਰਨ ਆਪਣੇ ਮੂੰਹ ਵਿੱਚੋਂ ਬਦਬੂ ਆਉਣ ਲੱਗ ਜਾਵੇਗੀ। ਮੋਟਾਪਾ ਹੋ ਜਾਵੇਗਾ, ਜਿਸ ਦੇ ਕਾਰਨ BP, ਹਾਰਟ ਦੇ ਰੋਗ, ਸਾਹ ਦੀਆਂ ਬਿਮਾਰੀਆਂ ਹੋ ਜਾਵੇਗੀ। ਇਸ ਲਈ ਕਦੇ ਵੀ ਜ਼ਰੂਰਤ ਤੋਂ ਵੱਧ ਖਾਣਾ ਨਹੀਂ ਖਾਣਾ ਚਾਹੀਦਾ। ਜ਼ਰੂਰਤ ਤੋਂ ਘੱਟ ਖਾਣਾ ਵੀ ਨਹੀਂ ਖਾਣਾ ਚਾਹੀਦਾ। ਇਸ ਦੇ ਕਾਰਨ ਆਪਣੇ ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ ਹੋ ਜਾਵੇਗੀ, ਕਈ ਬਿਮਾਰੀਆਂ ਲੱਗ ਜਾਵੇਗੀ ਅਤੇ ਸਰੀਰ ਦੁਬਲਾ ਪਤਲਾ ਕਮਜ਼ੋਰ ਹੋ ਜਾਵੇਗਾ, ਜਿਸ ਦੇ ਕਾਰਨ ਤੁਸੀਂ ਆਪਣੀ ਪੜ੍ਹਾਈ ਵੀ ਪੂਰੀ ਨਹੀਂ ਕਰ ਸਕੋਗੇ। ਭਾਰਤ ਵਿੱਚ ਵੀ ਲੋਕਾਂ ਨੇ ਖੁਰਾਕ ਵਿੱਚ ਬਹੁਤ ਕੁਝ ਕਮੀਆਂ ਨੇ। ਕੀ ਕਮੀਆਂ ਨੇ ਉਹ? ਵੀ ਸਾਰੇ ਲੋਕਾਂ ਨੂੰ ਸੰਤੁਲਿਤ ਭੋਜਨ ਨਹੀਂ ਮਿਲ ਪਾਉਂਦਾ। ਇਸ ਦੇ ਕਈ ਕਾਰਨ ਹੈ, ਜਿਵੇਂ ਜਨਸੰਖਿਆ ਦਾ ਵੱਧ ਹੋਣਾ, ਅਗਿਆਨਤਾ ਹੋਣੀ, ਗਰੀਬੀ, ਇੱਕ ਹੀ ਤਰ੍ਹਾਂ ਦਾ ਖਾਣਾ ਖਾਣਾ ਰੋਜ਼, ਸ਼ਾਕਾਹਾਰੀ ਹੋਣਾ, ਭੋਜਨ ਦੇ ਪ੍ਰਤੀ ਜਾਗਰੂਕ ਨਾ ਹੋਣਾ, ਪੌਸ਼ਟਿਕ ਤੱਤਾਂ ਬਾਰੇ ਜਾਣਕਾਰੀ ਨਾ ਹੋਣਾ, ਦੁੱਧ ਪੀਣਾ ਪਸੰਦ ਨਾ ਕਰਨਾ। ਤੁਸੀਂ ਵੀ ਕਈ ਵਾਰ ਕਰਦੇ ਹੋ ਨਾ, ਦੁੱਧ ਪੀਣਾ ਨਹੀਂ ਪਸੰਦ ਕਰਦੇ। ਮੰਮਾ ਰੋਜ਼ ਤੁਹਾਨੂੰ ਕਹਿੰਦੇ ਰਹਿੰਦੇ ਵੀ ਦੁੱਧ ਪੀ ਲਓ, ਦੁੱਧ ਪੀ ਲਓ, ਤੁਸੀਂ ਕਹਿੰਦੇ ਹੋ ਸਾਨੂੰ ਦੁੱਧ ਪੀਣਾ ਪਸੰਦ ਨਹੀਂ।
ਤੇ ਐਵੇਂ ਜੇ ਤੁਸੀਂ ਡੱਬਾਬੰਦ ਖਾਣਾ ਖਾਂਦੇ ਹੋ ਜਾਂ ਪੈਕਟਾਂ ਵਾਲਾ ਖਾਣਾ ਖਾਂਦੇ ਹੋ, ਉਹ ਵੀ ਤੁਹਾਡੀ ਜਿਹੜੀ ਪੌਸ਼ਟਿਕ ਤੱਤਾਂ ਦੀ ਪੂਰਤੀ ਨਹੀਂ ਕਰਦੇ। ਇਸ ਲਈ ਆਪਾਂ ਨੂੰ ਉਹ ਖਾਣਾ ਵੀ, ਪੈਕਟਾਂ ਵਾਲਾ ਖਾਣਾ ਵੀ ਨਹੀਂ ਖਾਣਾ ਚਾਹੀਦਾ। ਹੁਣ ਆਪਾਂ ਕਿਤਾਬ ਵਿੱਚੋਂ ਪਾਠ ਪੜ੍ਹਨਾ ਹੈ, ਜ਼ਰੂਰਤ ਤੋਂ ਵੱਧ ਖਾਣਾ। ਜੇਕਰ ਜ਼ਰੂਰਤ ਤੋਂ ਵੱਧ ਖਾਣਾ ਖਾਧਾ ਜਾਵੇ ਤਾਂ ਮੈਦੇ ਅਤੇ ਆਂਤੜੀਆਂ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਸ ਦੇ ਨਾਲ ਗੁਰਦਿਆਂ ਦੇ ਵੀ ਜ਼ਿਆਦਾ ਬੋਝ ਪੈਂਦਾ ਹੈ। ਖਾਧੇ ਹੋਏ ਭੋਜਨ ਵਿੱਚ ਉਬਾਲ ਜਿਹਾ ਜਾਂਦਾ ਹੈ, ਜਿਸ ਨਾਲ ਗੈਸ ਬਣਦੀ ਹੈ। ਇਸ ਦੇ ਨਾਲ ਪੇਟ ਖਰਾਬ ਹੋ ਜਾਂਦਾ ਹੈ, ਮੂੰਹ ਵਿੱਚੋਂ ਬਦਬੂ ਆਉਣ ਲੱਗ ਜਾਂਦੀ ਹੈ ਅਤੇ ਸਿਰ ਦੁਖਣ ਲੱਗ ਜਾਂਦਾ ਹੈ। ਜੇਕਰ ਜ਼ਿਆਦਾ ਦੇਰ ਜ਼ਰੂਰਤ ਤੋਂ ਵੱਧ ਭੋਜਨ ਖਾਧਾ ਜਾਏ ਤਾਂ ਪੇਟ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ, ਜਿਵੇਂ ਮੈਦੇ ਦੀਆਂ ਬਿਮਾਰੀਆਂ, ਗੁਰਦਿਆਂ ਵਿੱਚ ਖਰਾਬੀ ਅਤੇ ਖੂਨ ਦਾ ਦਬਾਅ ਵੱਧ ਸਕਦਾ ਹੈ। ਤੰਤੂਆਂ ਵਿੱਚ ਵਧੇਰੇ ਚਰਬੀ ਜੰਮ ਜਾਂਦੀ ਹੈ ਅਤੇ ਆਦਮੀ ਮੋਟਾ ਹੋ ਜਾਂਦਾ ਹੈ। ਪਿਸ਼ਾਬ ਵਿੱਚ ਸ਼ੱਕਰ ਆਉਣ ਦਾ ਰੋਗ ਹੋ ਸਕਦਾ ਹੈ। ਹੁਣ ਜ਼ਰੂਰਤ ਨਾਲੋਂ ਘੱਟ ਖਾਣਾ। ਲੜਾਈ ਦੇ ਦਿਨਾਂ ਵਿੱਚ, ਹੜ੍ਹ ਜਾਂ ਭੁੱਖਮਰੀ ਦੀ ਹਾਲਤ ਵਿੱਚ ਜੇਕਰ ਦੇਰ ਤੱਕ ਘੱਟ ਖਾਣਾ ਖਾਧਾ ਜਾਵੇ ਤਾਂ ਭਾਰ ਘਟ ਜਾਂਦਾ ਹੈ, ਕਮਜ਼ੋਰੀ ਆ ਜਾਂਦੀ ਹੈ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ। ਘੱਟ ਖਾਣਾ ਨਾਲ ਬਿਮਾਰੀਆਂ ਦਾ ਸਾਹਮਣਾ ਕਰਨ ਦੀ ਸ਼ਕਤੀ ਘਟ ਜਾਂਦੀ ਹੈ ਅਤੇ ਖਾਸ ਕਰਕੇ ਤਪੈਦਿਕ ਹੋਣ ਦਾ ਡਰ ਰਹਿੰਦਾ ਹੈ। ਬੱਚੇ ਜੇਕਰ ਘੱਟ ਖਾਣਾ ਖਾਣ ਤਾਂ ਬੁੱਧੂ ਜਿਹੇ ਹੋ ਜਾਂਦੇ ਹਨ ਅਤੇ ਜਲਦੀ ਥੱਕ ਜਾਂਦੇ ਹਨ। ਉਹਨਾਂ ਦੇ ਸਰੀਰ ਦਾ ਵਿਕਾਸ ਵੀ ਪੂਰਾ ਨਹੀਂ ਹੁੰਦਾ ਅਤੇ ਉਹਨਾਂ ਦਾ ਕੱਦ ਅਤੇ ਭਾਰ ਵੀ ਆਪਣੀ ਉਮਰ ਦੇ ਅਨੁਸਾਰ ਘੱਟ ਹੀ ਰਹਿੰਦਾ ਹੈ। ਜੇਕਰ ਕੋਈ 15-20 ਦਿਨ ਤੱਕ, 1 ਮਹੀਨੇ ਤੱਕ ਪੂਰਾ ਖਾਣਾ ਖਾਣ ਲੱਗ ਜਾਵੇ ਤਾਂ ਪਿਛਲੇ ਘਾਟੇ ਨੂੰ ਪੂਰਾ ਕੀਤਾ ਜਾ ਸਕਦਾ ਹੈ। ਹੁਣ ਭਾਰਤੀ ਖੁਰਾਕ ਦੀਆਂ ਘਾਟਾਂ। ਭਾਰਤ ਵਿੱਚ ਬਹੁਤ ਸਾਰੇ ਲੋਕਾਂ ਦੀ ਖੁਰਾਕ ਵਧੇਰੇ ਬਨਸਪਤੀ ਭੋਜਨਾਂ ਦੀ ਹੀ ਹੁੰਦੀ ਹੈ। ਬਹੁਤ ਸਾਰੇ ਲੋਕਾਂ ਨੂੰ ਤਾਂ ਇਸ ਤਰ੍ਹਾਂ ਦਾ ਭੋਜਨ ਹੀ ਵੀ ਠੀਕ ਮਿਕਦਾਰ ਵਿੱਚ ਨਹੀਂ ਮਿਲਦਾ, ਜਿਸ ਕਰਕੇ ਉਹਨਾਂ ਦੀ ਖੁਰਾਕ ਵਿੱਚ ਕਈ ਕਿਸਮ ਦੀਆਂ ਘਾਟਾਂ ਰਹਿ ਜਾਂਦੀਆਂ ਹਨ, ਜਿਵੇਂ ਨੰਬਰ 1, ਭੋਜਨ ਵਿੱਚ ਕੈਲੋਰੀਆਂ ਦੀਆਂ ਮਾਤਰਾ ਘੱਟ ਹੋਣਾ। ਦੂਜਾ, ਭੋਜਨ ਵਿੱਚ ਪ੍ਰੋਟੀਨ ਦੀ ਘਾਟ। ਤੀਜਾ, ਚੰਗੀ ਕਿਸਮ ਦੀ ਪ੍ਰੋਟੀਨ ਦਾ ਬਹੁਤ ਘੱਟ ਜਾਂ ਬਿਲਕੁਲ ਨਾ ਹੋਣਾ। ਚੌਥਾ, ਚਿਕਨਾਈ ਦਾ ਬਹੁਤ ਘੱਟ ਹੋਣਾ ਅਤੇ ਪ੍ਰਾਣੀਜਨ ਚਿਕਨਾਈ ਦਾ ਨਾ ਹੋਣਾ। ਪੰਜਵਾਂ, ਖਾਸ ਕਰਕੇ ਜਿਹੜੇ ਲੋਕ ਚੌਲ ਖਾਂਦੇ ਹਨ ਉਹਨਾਂ ਦੀ ਖੁਰਾਕ ਵਿੱਚ 80 ਤੋਂ 90% ਕਾਰਬੋਹਾਈਡਰੇਟ ਹੁੰਦੇ ਹਨ, ਜਿਸ ਕਰਕੇ ਬਾਕੀ ਤੱਤਾਂ ਦੀ ਮਿਕਦਾਰ ਬਹੁਤ ਘੱਟ ਹੁੰਦੀ ਹੈ। ਛੇਵਾਂ, ਇੱਕ ਜਾਂ ਵਧੇਰੇ ਖਣਿਜ ਲੂਣਾਂ ਦੀ ਘਾਟ ਹੋਣਾ, ਖਾਸ ਕਰਕੇ ਕੈਲਸ਼ੀਅਮ ਅਤੇ ਲੋਹੇ ਦੀ ਕਮੀ। ਸੱਤਵਾਂ, ਇੱਕ ਜਾਂ ਵਧੇਰੇ ਵਿਟਾਮਿਨਾਂ ਦੀ ਘਾਟ ਹੋਣਾ, ਖਾਸ ਕਰਕੇ ਜੇਕਰ ਪੋਲਿਸ਼ ਕੀਤੇ ਚੌਲਾਂ ਦੀ ਵਧੇਰੇ ਵਰਤੋਂ ਕੀਤੀ ਜਾਵੇ। ਅੱਠਵਾਂ, ਬਨਸਪਤੀ ਵਾਲੀ ਖੁਰਾਕ ਵਿੱਚ ਵਧੇਰੇ ਫੋਕ ਹੁੰਦਾ ਹੈ, ਜਿਸ ਨਾਲ ਹਜ਼ਮ ਕਰਨਾ ਮੁਸ਼ਕਿਲ ਹੁੰਦਾ ਹੈ। ਵਧੇਰੇ ਕਰਕੇ ਇਹ ਘਾਟਾਂ ਗਰੀਬਾਂ ਦੀ ਖੁਰਾਕ ਵਿੱਚ ਹੀ ਹੁੰਦੀਆਂ ਹਨ, ਪਰ ਕਈ ਪੈਸੇ ਵਾਲੇ ਲੋਕ ਵੀ ਆਪਣੀ ਆਦਤ, ਨਾਪਸੰਦਗੀ ਤੇ ਅਗਿਆਨਤਾ ਕਾਰਨ ਭੋਜਨ ਦੀ ਠੀਕ ਚੋਣ ਨਹੀਂ ਕਰਦੇ ਜਾਂ ਪਕਾਉਣ ਦੇ ਠੀਕ ਢੰਗ ਦੀ ਵਰਤੋਂ ਨਹੀਂ ਕਰਦੇ, ਜਿਸ ਕਰਕੇ ਉਹਨਾਂ ਦੀ ਖੁਰਾਕ ਪੂਰਨ ਨਹੀਂ ਹੁੰਦੀ। ਦੇਖੋ ਬੱਚੋ, ਹੁਣ ਆਪਾਂ ਸਮਝਾਂਗੇ ਸਰੀਰ ਦੀ ਸਫਾਈ ਕਿਵੇਂ ਕਰਨੀ ਚਾਹੀਦੀ ਹੈ। ਗਰਮੀ ਦੇ ਵਿੱਚ ਆਪਣੇ ਸਰੀਰ ਤੋਂ ਪਸੀਨਾ ਨਿਕਲਦਾ ਰਹਿੰਦਾ ਹੈ ਅਤੇ ਤੇਲ ਵੀ ਨਿਕਲਦਾ ਰਹਿੰਦਾ ਹੈ, ਤੁਸੀਂ ਵੇਖਿਆ ਹੀ ਹੈ, ਜੋ ਆਪਣੀ ਚਮੜੀ 'ਤੇ ਹੀ ਚਿਪਕਿਆ ਰਹਿੰਦਾ ਹੈ। ਇਸ ਦੇ ਉੱਤੇ ਹੀ ਧੂਲ ਮਿੱਟੀ ਚਿਪਕ ਜਾਂਦੀ ਹੈ। ਇਸ ਨੂੰ ਹੀ ਆਪਾਂ ਮੈਲ ਆਖਦੇ ਹੋ ਨਾ ਮੈਲ। ਇਹ ਇਕੱਲੇ ਪਾਣੀ ਨਾਲ ਨਹੀਂ ਨਿਕਲਦੀ, ਇਸ ਦੇ ਲਈ ਆਪਾਂ ਨੂੰ ਸਾਬਣ ਲਗਾ ਕੇ ਅਤੇ ਮਲ ਕੇ ਨਹਾਉਣਾ ਪੈਂਦਾ ਹੈ। ਜੇਕਰ ਇਹਨਾਂ ਨੂੰ ਨਾ ਸਾਫ਼ ਕੀਤਾ ਜਾਵੇ ਤਾਂ ਪਸੀਨੇ ਕਾਰਨ ਬੈਕਟੀਰੀਆ ਪੈਦਾ ਹੋ ਜਾਂਦੇ ਹਨ ਅਤੇ ਸਰੀਰ ਤੋਂ ਬਦਬੂ ਆਉਣ ਲੱਗ ਜਾਂਦੀ ਹੈ ਅਤੇ ਆਪਾਂ ਬਿਮਾਰ ਵੀ ਹੋ ਸਕਦੇ ਹਾਂ। ਇਸ ਲਈ ਰੋਜ਼ ਨਹਾਉਣਾ ਚਾਹੀਦਾ ਹੈ। ਅਤੇ ਬਾਜ਼ਾਰ ਵਿੱਚ ਸਾਬਣ ਕਈ ਤਰ੍ਹਾਂ ਦੀਆਂ ਮਿਲਦੀਆਂ ਹਨ। ਸਾਬਣ ਦੀ ਇਹ ਖਾਸੀਅਤ ਹੈ ਕਿ ਇਹ ਮੈਲ ਨੂੰ ਆਪਣੇ ਵਿੱਚ ਘੋਲ ਕੇ ਉਸ ਨੂੰ ਸਾਫ਼ ਕਰ ਲੈਂਦੀ ਹੈ। ਲਾਈਫ ਬੋਏ ਸਾਬਣ ਜਰਮ ਨੂੰ ਖਤਮ ਕਰਨ ਲਈ, ਹੱਥ ਧੋਣ ਲਈ ਵਰਤਿਆ ਜਾਂਦਾ ਹੈ। ਵਾਲਾਂ ਨੂੰ ਧੋਣ ਲਈ ਆਪਾਂ ਸ਼ੈਂਪੂ ਵਰਤਦੇ ਹਾਂ। ਸ਼ੈਂਪੂ ਦੀ ਥਾਂ 'ਤੇ ਆਪਾਂ ਆਂਵਲਾ, ਰੀਠਾ, ਸ਼ਿਕਾਕਾਈ ਦਾ ਪਾਊਡਰ ਬਣਾ ਕੇ ਉਹਨੂੰ ਪਾਣੀ ਵਿੱਚ ਭਿਓਂ ਕੇ ਅਤੇ ਉਬਾਲ ਕੇ ਉਸ ਪਾਣੀ ਨਾਲ ਵਾਲਾਂ ਨੂੰ ਧੋਈਏ ਤਾਂ ਵਾਲ ਝੜਦੇ ਨਹੀਂ। ਹੁਣ ਆਪਾਂ ਬੁੱਕ ਵਿੱਚੋਂ ਪੜ੍ਹਾਂਗੇ ਸਰੀਰ ਦੀ ਸਫਾਈ। ਸਰੀਰ ਦੀ ਸਫਾਈ, ਸਾਬਣ। ਤੁਸੀਂ
ਇਹ ਕਈ ਵਾਰੀ ਦੇਖਿਆ ਹੋਵੇਗਾ ਕਿ ਜੇਕਰ ਤੁਹਾਡੇ ਹੱਥਾਂ ਨੂੰ ਤੇਲ ਜਾਂ ਘਿਓ ਲੱਗਿਆ ਹੋਵੇ ਤਾਂ ਸਿਰਫ ਪਾਣੀ ਨਾਲ ਹੱਥ ਸਾਫ਼ ਨਹੀਂ ਹੁੰਦੇ। ਇਹਨਾਂ ਨੂੰ ਸਾਫ਼ ਕਰਨ ਲਈ ਸਾਬਣ ਦੀ ਵਰਤੋਂ ਕਰਨੀ ਪੈਂਦੀ ਹੈ। ਸਾਬਣ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਚਿਕਨਾਈ ਨੂੰ ਆਪਣੇ ਵਿੱਚ ਘੋਲ ਲੈਂਦਾ ਹੈ ਅਤੇ ਇਸ ਤਰ੍ਹਾਂ ਜਿਹੜੀ ਮੈਲ ਚਿਕਨਾਈ ਦੇ ਕਾਰਨ ਸਰੀਰ ਦੇ ਨਾਲ ਚਿੰਬੜੀ ਹੁੰਦੀ ਹੈ ਉਹ ਵੀ ਉਤਰ ਜਾਂਦੀ ਹੈ। ਸਾਡੇ ਸਰੀਰ ਦੀ ਚਮੜੀ ਦੇ ਥੱਲੇ ਤੇਲ ਦੀਆਂ ਗ੍ਰੰਥੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਤੇਲ ਨਿਕਲ ਕੇ ਚਮੜੀ 'ਤੇ ਆਉਂਦਾ ਰਹਿੰਦਾ ਹੈ। ਉੱਪਰਲੀ ਚਮੜੀ ਦੇ ਤੰਤੂ ਵੀ ਟੁੱਟਦੇ ਰਹਿੰਦੇ ਹਨ, ਜੋ ਕਿ ਤੇਲ ਦੇ ਕਾਰਨ ਚਮੜੀ ਨਾਲ ਹੀ ਚਿਪਕੇ ਰਹਿੰਦੇ ਹਨ। ਵਾਤਾਵਰਣ ਤੋਂ ਉੱਡ ਕੇ ਮਿੱਟੀ ਅਤੇ ਕੱਪੜਿਆਂ ਦੀ ਬੂਰ ਵੀ ਚਮੜੀ ਨਾਲ ਲੱਗ ਜਾਂਦੀ ਹੈ। ਗਰਮੀਆਂ ਵਿੱਚ ਸਰੀਰ 'ਤੇ ਪਸੀਨਾ ਵੀ ਆਉਂਦਾ ਹੈ। ਜੇਕਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਰੀਰ ਤੋਂ ਨਾ ਉਤਾਰਿਆ ਜਾਏ ਤਾਂ ਚਮੜੀ ਨਾਲ ਚਿਪਕਿਆ ਰਹਿਣਗੀਆਂ ਅਤੇ ਇਹਨਾਂ ਵਿੱਚ ਬੈਕਟੀਰੀਆ ਪਲਣਗੇ। ਇਹਨਾਂ ਨਾਲ ਨਾ ਸਿਰਫ ਸਰੀਰ ਵਿੱਚੋਂ ਬਦਬੂ ਆਉਣ ਲੱਗ ਜਾਂਦੀ ਹੈ, ਬਲਕਿ ਕਈ ਤਰ੍ਹਾਂ ਦੀਆਂ ਚਮੜੀ ਦੀਆਂ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ। ਇਹਨਾਂ ਨੂੰ ਸਿਰਫ ਪਾਣੀ ਨਾਲ ਨਹੀਂ ਉਤਾਰਿਆ ਜਾ ਸਕਦਾ, ਪਰ ਸਾਬਣ ਨਾਲ ਚਿਕਨਾਈ ਪਾਣੀ ਵਿੱਚ ਘੁਲ ਜਾਂਦੀ ਹੈ ਅਤੇ ਫਿਰ ਮੈਲ ਵੀ ਪਾਣੀ ਨਾਲ ਉਤਰ ਜਾਂਦੀ ਹੈ। ਸਾਰੇ ਸਰੀਰ 'ਤੇ ਸਾਬਣ ਮਲਣ ਨਾਲ ਥੋੜ੍ਹੀ ਮਾਲਿਸ਼ ਹੁੰਦੀ ਹੈ, ਜਿਸ ਨਾਲ ਚਮੜੀ ਉਤੇਜਿਤ ਹੁੰਦੀ ਹੈ। ਨਹਾਉਣ ਲਈ ਹਮੇਸ਼ਾ ਨਰਮ ਸਾਬਣ ਦੀ ਵਰਤੋਂ ਕਰਨੀ ਚਾਹੀਦੀ ਹੈ। ਅੱਜ ਕੱਲ੍ਹ ਬਾਜ਼ਾਰ ਵਿੱਚ ਨਹਾਉਣ ਲਈ ਕਈ ਤਰ੍ਹਾਂ ਦੇ ਸਾਬਣ ਮਿਲਦੇ ਹਨ। ਕਈ ਰੰਗਾਂ ਅਤੇ ਖੁਸ਼ਬੂਆਂ ਦੇ ਹੁੰਦੇ ਹਨ, ਜਿਵੇਂ ਸੰਦਲ, ਚਮੇਲੀ ਅਤੇ ਨਿੰਬੂ ਆਦਿ। ਸਦਾ ਚੰਗੇ ਸਾਬਣ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਇਹਨਾਂ ਨੂੰ ਮਲ ਕੇ ਨਹਾਉਣ ਨਾਲ ਨਾ ਸਿਰਫ ਸਰੀਰ ਦੀ ਸਫਾਈ ਹੀ ਹੁੰਦੀ ਹੈ, ਬਲਕਿ ਸਰੀਰ ਤੋਂ ਇੱਕ ਚੰਗੀ ਖੁਸ਼ਬੂ ਵੀ ਆਉਂਦੀ ਹੈ। ਕਈ ਸਾਬਣਾਂ ਵਿੱਚੋਂ ਕੋਈ ਕੀਟਾਣੂਨਾਸ਼ਕ ਦਵਾਈ, ਜਿਸ ਤਰ੍ਹਾਂ ਕਾਰਬੋਲਿਕ ਐਸਿਡ ਅਤੇ ਨਿੰਬ ਆਦਿ ਵੀ ਪਾਏ ਜਾਂਦੇ ਹਨ, ਜਿਵੇਂ ਲਾਈਫਬੋਏ ਸਾਬਣ, ਨਿੱਕੋ, ਮਾਰਗੋ ਅਤੇ ਨਿੰਬ ਸਾਬਣ ਵਿੱਚ ਆਦਿ। ਇਹਨਾਂ ਨਾਲ ਸਰੀਰ ਦੀ ਚਮੜੀ ਉੱਤੇ ਲੱਗੇ ਜਰਮ ਵੀ ਮਰ ਜਾਂਦੇ ਹਨ। ਲਾਈਫਬੋਏ ਸਾਬਣ ਹੱਥ ਧੋਣ ਲਈ ਚੰਗੀ ਰਹਿੰਦੀ ਹੈ। ਦੂਸਰੇ ਦਵਾਈਆਂ ਵਾਲੇ ਸਾਬਣ ਡਾਕਟਰ ਦੀ ਸਲਾਹ ਨਾਲ ਹੀ ਵਰਤਣੇ ਚਾਹੀਦੇ ਹਨ। ਕਈ ਤਰ੍ਹਾਂ ਦੇ ਸ਼ੈਂਪੂ ਵੀ ਬਾਜ਼ਾਰ ਵਿੱਚ ਮਿਲਦੇ ਹਨ, ਜਿਹੜੇ ਸਿਰ ਧੋਣ ਲਈ ਵਰਤੇ ਜਾਂਦੇ ਹਨ। ਸਿਕਾਕਾਈ ਸਾਬਣ ਵੀ ਸਿਰ ਧੋਣ ਲਈ ਵਰਤਿਆ ਜਾਂਦਾ ਹੈ। ਤੁਸੀਂ ਘਰ ਵਿੱਚ ਵੀ ਰੀਂਠੇ ਅਤੇ ਸਿਕਾਕਾਈ ਦੀਆਂ ਫਲੀਆਂ ਸੁਕਾ ਕੇ ਉਹਨਾਂ ਦੇ ਬੀਜ ਕੱਢ ਕੇ ਅਤੇ ਪਾਊਡਰ ਬਣਾ ਕੇ ਸਿਰ ਧੋਣ ਲਈ ਵਰਤ ਸਕਦੇ ਹੋ। ਸਰੀਰ ਦੇ ਕਿਸੇ ਹਿੱਸੇ 'ਤੇ ਸਾਬਣ ਲਗਾਉਣ ਪਿੱਛੋਂ ਚੰਗੀ ਤਰ੍ਹਾਂ ਪਾਣੀ ਨਾਲ ਧੋਵੋ ਤਾਂ ਕਿ ਪੂਰੀ ਤਰ੍ਹਾਂ ਸਾਬਣ ਉਤਰ ਜਾਵੇ। ਦੇਖੋ ਬੱਚੋ, ਹੁਣ ਆਪਾਂ ਸਮਝਾਂਗੇ ਤੇਲ ਬਾਰੇ ਵੀ ਤੇਲ ਦੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ। ਰੋਜ਼-ਰੋਜ਼ ਨਹਾਉਣ ਨਾਲ, ਵਾਲ ਧੋਣ ਨਾਲ ਚਮੜੀ ਜਿਹੜੀ ਹੈਗੀ ਆਪਣੀ ਉਹ ਖੁਸ਼ਕ ਹੋ ਜਾਂਦੀ ਹੈ। ਤੁਸੀਂ ਵੇਖਿਆ ਹੀ ਹੋਏਗਾ ਸਰਦੀਆਂ ਵਿੱਚ ਖਾਸ ਕਰਕੇ ਵੀ ਚਮੜੀ ਜਿਹੜੀ ਹੈਗੀ ਉਹ ਖੁਸ਼ਕ ਹੋ ਜਾਂਦੀ ਹੈ। ਇਸ ਖੁਸ਼ਕੀ ਨੂੰ ਖਤਮ ਕਰਨ ਵਾਸਤੇ ਆਪਾਂ ਆਪਣੇ ਸਰੀਰ 'ਤੇ ਤੇਲ ਲਗਾਉਂਦੇ ਹਾਂ। ਸਿਰ ਅਤੇ ਵਾਲ ਉੱਤੇ ਚੰਗੀ ਤਰ੍ਹਾਂ ਤੇਲ ਦੀ ਮਾਲਿਸ਼ ਆਪਾਂ ਨੂੰ ਕਰਨੀ ਚਾਹੀਦੀ ਹੈ। ਇਹਦੇ ਨਾਲ ਚਮੜੀ ਜਿਹੜੀ ਹੈਗੀ ਉਹ ਮੁਲਾਇਮ ਹੋ ਜਾਂਦੀ ਹੈ। ਪੁਰਾਣੇ ਜ਼ਮਾਨੇ ਵਿੱਚ ਵੀ ਨਾ ਔਰਤਾਂ ਜਿਹੜੀਆਂ ਉਹ ਤੇਲ ਦੀ ਥਾਂ 'ਤੇ ਘਿਓ ਦੀ ਵਰਤੋਂ ਕਰਦੀ ਹੁੰਦੀ ਸੀ, ਵੀ ਤੇਲ ਨਾਲ ਹੈ ਨਾ ਮਾਲਿਸ਼ ਆਪਦੇ ਸਰੀਰ ਦੀ ਕਰਦੇ ਹੁੰਦੇ ਸੀ। ਛੋਟੇ ਬੱਚਿਆਂ ਨੂੰ ਮਾਲਿਸ਼ ਕਰਨ ਵਾਸਤੇ ਵੀ ਉਹਨਾਂ ਵਾਸਤੇ ਵੱਖਰੇ ਤੇਲ ਆਉਂਦੇ ਆ ਸਪੈਸ਼ਲ, ਜਿਵੇਂ ਜੈਤੂਨ ਦਾ ਤੇਲ ਹੋ ਗਿਆ, ਹੈ ਨਾ। ਛੋਟੇ ਬੱਚਿਆਂ ਨੂੰ ਵੀ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ। ਹੁਣ ਆਪਾਂ ਬੁੱਕ ਵਿੱਚੋਂ ਪੜ੍ਹਾਂਗੇ ਤੇਲ। ਰੋਜ਼-ਰੋਜ਼ ਸਾਬਣ ਨਾਲ ਨਹਾਉਣ ਅਤੇ ਸਿਰ ਧੋਣ ਨਾਲ ਚਮੜੀ ਅਤੇ ਵਾਲ ਖੁਸ਼ਕ ਹੋ ਜਾਂਦੇ ਹਨ। ਸਾਡੀ ਚਮੜੀ ਦੀ ਉੱਪਰੀ ਤਹਿ ਦੇ ਤੰਤੂ ਵੀ ਝੜ ਜਾਂਦੇ ਹਨ ਅਤੇ ਚਮੜੀ ਨੂੰ ਖੁਸ਼ਕ ਕਰਦੇ ਹਨ। ਇਹ ਸੈੱਲ ਸਿਕਰੀ ਦੇ ਰੂਪ ਵਿੱਚ ਸਿਰ ਵਿੱਚ ਦੇਖੇ ਜਾ ਸਕਦੇ ਹਨ। ਪਤਝੜ ਅਤੇ ਸਰਦੀਆਂ ਵਿੱਚ ਚਮੜੀ ਵਧੇਰੇ ਖੁਸ਼ਕ ਹੋ ਜਾਂਦੀ ਹੈ, ਜਿਸ ਲਈ ਸਰੀਰ 'ਤੇ ਕਿਸੇ ਚੰਗੇ ਤੇਲ ਨਾਲ ਮਾਲਿਸ਼ ਕੀਤੀ ਜਾਏ। ਸਿਰ ਅਤੇ ਚਮੜੀ 'ਤੇ ਤੇਲ ਸਿਰਫ ਮਲਿਆ ਹੀ ਨਹੀਂ ਜਾਂਦਾ, ਬਲਕਿ ਚੱਸਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਸਾਡੀ ਚਮੜੀ ਦੇ ਥੱਲੇ ਦੀਆਂ ਤੇਲ ਦੀਆਂ ਗ੍ਰੰਥੀਆਂ ਉਤੇਜਿਤ ਹੁੰਦੀਆਂ ਹਨ, ਜਿਨ੍ਹਾਂ 'ਚੋਂ ਕੁਦਰਤੀ ਤੇਲ ਨਿਕਲਦੇ ਹਨ, ਜਿਹੜੇ ਸਾਡੀ ਚਮੜੀ ਨੂੰ ਮੁਲਾਇਮ ਰੱਖਦੇ ਹਨ। ਪੁਰਾਣੇ ਜ਼ਮਾਨੇ ਵਿੱਚ ਕੁਝ ਔਰਤਾਂ ਦੇਸੀ ਘਿਓ ਨਾਲ ਜਾਂ ਦੇਸੀ ਘਿਓ ਵਿੱਚ ਬਦਾਮ ਸਾੜ ਕੇ ਜਾਂ ਬਦਾਮ ਰੋਗਣ ਨਾਲ ਮਾਲਿਸ਼ ਕਰਦੀਆਂ ਸਨ, ਤਾਂ ਕਿ ਉਹਨਾਂ ਦੀ ਚਮੜੀ ਕੁਲੀ ਰਹਿ ਸਕੇ। ਛੋਟਿਆਂ ਬੱਚਿਆਂ ਦੀ ਜੈਤੂਨ ਦੇ ਤੇਲ ਜਾਂ ਬੱਚਿਆਂ ਲਈ ਖਾਸ ਬਣਾਏ ਤੇਲਾਂ ਨਾਲ ਮਾਲਿਸ਼ ਕੀਤੀ ਜਾਂਦੀ ਹੈ। ਦੇਖੋ ਬੱਚੋ, ਹੁਣ ਆਪਾਂ ਪੜ੍ਹਾਂਗੇ ਕਰੀਮਾਂ ਬਾਰੇ ਵੀ ਆਪਾਂ ਨੂੰ ਚਿਹਰੇ 'ਤੇ ਕਰੀਮ ਕਿਉਂ ਲਗਾਉਣੀ ਚਾਹੀਦੀ ਹੈ। ਜਦੋਂ ਆਪਾਂ ਤੇਲ ਲਗਾਉਂਦੇ ਹਾਂ ਅਤੇ ਤੇਲ
ज़्यादा थिंदा ਹੁੰਦਾ ਹੈ, ਜਿਹਦੇ ਕਾਰਨ ਚਿਹਰੇ ਦੇ ਉੱਤੇ ਹੀ ਚਿਕਨਾ ਚਿਕਨਾ ਜ਼ਿਆਦਾ ਦਿਖਦਾ ਰਹਿੰਦਾ ਹੈ। ਉਹਦੀ ਥਾਂ 'ਤੇ ਆਪਾਂ ਕਰੀਮ ਵਰਤ ਸਕਦੇ ਹਾਂ। ਬਾਜ਼ਾਰ ਵਿੱਚ ਕਈ ਪ੍ਰਕਾਰ ਦੀਆਂ ਕਰੀਮਾਂ ਮਿਲਦੀਆਂ ਨੇ ਜਿਹੜੀਆਂ ਕਿ ਖੁਸ਼ਕ ਚਮੜੀ ਨੂੰ ਮੁਲਾਇਮ ਕਰਦੀ ਹੈ ਅਤੇ ਚਿਹਰੇ 'ਤੇ ਝਾਈਆਂ ਪੈ ਜਾਂਦੀਆਂ ਉਹਨਾਂ ਨੂੰ ਖਤਮ ਕਰਨ ਵਾਸਤੇ ਵੀ ਕੁਝ ਕਰੀਮਾਂ ਮਿਲਦੀਆਂ ਨੇ। ਪੁਰਾਣੇ ਜ਼ਮਾਨੇ ਵਿੱਚ ਵੀ ਔਰਤਾਂ ਜਿਹੜੀਆਂ ਹੈਗੀਆਂ ਘਿਓ ਜਾਂ ਮੱਖਣ ਲਗਾਉਂਦੀ ਸੀ ਜਾਂ ਗਲੀਸਰੀਨ ਵਿੱਚ ਨਿੰਬੂ ਦਾ ਰਸ ਪਾ ਕੇ ਲਗਾਉਂਦੇ ਸੀ, ਜਿਹਦੇ ਨਾਲ ਚਮੜੀ ਜਿਹੜੀ ਹੈਗੀ ਮੁਲਾਇਮ ਹੋ ਜਾਂਦੀ ਸੀ, ਨਿਖਰਦੀ ਜਾਂਦੀ ਸੀ। ਹੁਣ ਆਪਾਂ ਬੁੱਕ ਵਿੱਚੋਂ ਪਾਠ ਪੜ੍ਹਾਂਗੇ। ਕਰੀਮ। ਜੇਕਰ ਚਿਹਰੇ 'ਤੇ ਤੇਲ ਲਗਾਇਆ ਜਾਏ ਤਾਂ ਚਿਹਰਾ ਵਧੇਰੇ ਥਿੰਦਾ ਹੋ ਜਾਂਦਾ ਹੈ, ਜਿਸ ਉੱਪਰ ਵਾਤਾਵਰਣ ਤੋਂ ਮਿੱਟੀ ਉੱਡ ਕੇ ਜੰਮ ਜਾਂਦੀ ਹੈ। ਇਸ ਕਰਕੇ ਇਹ ਲਾਭਦਾਇਕ ਹੋਣ ਦੀ ਥਾਂ ਹਾਨੀਕਾਰਕ ਹੁੰਦਾ ਹੈ। ਚਿਹਰੇ 'ਤੇ ਲਗਾਉਣ ਲਈ ਅੱਜ ਕੱਲ੍ਹ ਕਈ ਤਰ੍ਹਾਂ ਦੀਆਂ ਕਰੀਮਾਂ ਬਾਜ਼ਾਰ ਵਿੱਚ ਮਿਲਦੀਆਂ ਹਨ। ਖਾਸ ਕਰਕੇ ਸਰਦੀਆਂ ਵਿੱਚ ਬੱਚਿਆਂ ਦੇ ਮੂੰਹ ਫਟ ਜਾਂਦੇ ਹਨ, ਜਿਸ ਨੂੰ ਠੀਕ ਕਰਨ ਲਈ ਵੀ ਥਿੰਦੀ ਕਰੀਮ ਲਗਾਈ ਜਾਂਦੀ ਹੈ। ਅੱਜ ਕੱਲ੍ਹ ਬਾਜ਼ਾਰ ਵਿੱਚ ਹੋਰ ਵੀ ਕਈ ਤਰ੍ਹਾਂ ਦੀਆਂ ਕਰੀਮਾਂ ਮਿਲਦੀਆਂ ਹਨ, ਜਿਨ੍ਹਾਂ ਦੇ ਲਗਾਇਆ ਚਿਹਰੇ ਤੋਂ ਕੀਲ ਛਾਈਆਂ ਦੂਰ ਹੁੰਦੇ ਹਨ ਅਤੇ ਚਿਹਰੇ 'ਤੇ ਨਿਖਾਰ ਆਉਂਦਾ ਹੈ। ਪੁਰਾਣੇ ਜ਼ਮਾਨੇ ਵਿੱਚ ਔਰਤਾਂ ਚਿਹਰੇ 'ਤੇ ਮੱਖਣ, ਗਲੀਸਰੀਨ ਜਾਂ ਗਲੀਸਰੀਨ ਵਿੱਚ ਨਿੰਬੂ ਦਾ ਰਸ ਮਿਲਾ ਕੇ ਮਲਦੀਆਂ ਸਨ। ਇਹਨਾਂ ਚੀਜ਼ਾਂ ਨਾਲ ਵੀ ਚਿਹਰਾ ਮੁਲਾਇਮ ਹੁੰਦਾ ਹੈ। ਥਿੰਦੀਆਂ ਕਰੀਮਾਂ ਨੂੰ ਕੋਲਡ ਕਰੀਮ ਕਹਿੰਦੇ ਹਨ, ਜਿਹੜੀਆਂ ਸਰਦੀਆਂ ਵਿੱਚ ਵਰਤੀਆਂ ਜਾਂਦੀਆਂ ਹਨ, ਅਤੇ ਜਿਹੜੀਆਂ ਥਿੰਦੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਵੈਂਸਿੰਗ ਕਰੀਮ ਕਹਿੰਦੇ ਹਨ, ਜਿਹੜੀਆਂ ਕਿਸੇ ਵੀ ਰੁੱਤ ਵਿੱਚ ਵਰਤੀਆਂ ਜਾ ਸਕਦੀਆਂ ਹਨ। ਦੇਖੋ ਬੱਚੋ, ਹੁਣ ਆਪਾਂ ਪੜ੍ਹਾਂਗੇ ਟੈਲਕਮ ਪਾਊਡਰ ਬਾਰੇ, ਵੀ ਆਪਾਂ ਨੂੰ ਪਾਊਡਰ ਕਿਉਂ ਲਗਾਉਣਾ ਚਾਹੀਦਾ ਹੈ। ਗਰਮੀਆਂ ਵਿੱਚ ਪਸੀਨਾ ਆਉਂਦਾ ਹੈ ਅਤੇ ਉਹ ਪਸੀਨਾ ਕੱਪੜੇ ਚੂਸ ਲੈਂਦੇ ਹੈ ਅਤੇ ਆਪਣੇ ਵਿੱਚੋਂ ਸਰੀਰ ਵਿੱਚੋਂ ਬਦਬੂ ਆਉਣ ਲੱਗ ਜਾਂਦੀ ਹੈ। ਇਸ ਲਈ ਪਾਊਡਰ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇ ਆਪਾਂ ਪਾਊਡਰ ਦੀ ਵਰਤੋਂ ਕਰਦੇ ਹਾਂ ਤਾਂ ਆਪਾਂ ਨੂੰ ਦਿਨ 'ਚ 1 ਜਾਂ 2 ਵਾਰੀ ਨਹਾਉਣਾ ਚਾਹੀਦਾ ਹੈ, ਅਤੇ ਨਹੀਂ ਤਾਂ ਜਿਹੜਾ ਪਾਊਡਰ ਹੈ ਉਹ ਆਪਣੀ ਚਮੜੀ ਦੇ ਮੁਸਾਮਾਂ ਨੂੰ ਬੰਦ ਕਰ ਦੇਗਾ, ਜਿਹਦੇ ਕਾਰਨ ਪਸੀਨਾ ਨਹੀਂ ਨਿਕਲੇਗਾ ਅਤੇ ਸਿਹਤ 'ਤੇ ਵੀ ਹਾਨੀਕਾਰਕ ਪ੍ਰਭਾਵ ਪਵੇਗਾ। ਬੱਚਿਆਂ ਨੂੰ ਵੀ ਪਾਊਡਰ ਲਗਾਇਆ ਜਾਂਦਾ ਹੈ। ਹੱਥਾਂ, ਲੱਤਾਂ, ਗਰਦਨ, ਛੋਟੇ ਬੱਚੇ ਆ ਉਹਨਾਂ ਦੇ ਪਾਊਡਰ ਨੂੰ ਮਲਣਾ ਚਾਹੀਦਾ ਹੈ। ਕਈ ਖਾਸ ਤਰ੍ਹਾਂ ਦੀ ਬਿਮਾਰੀਆਂ ਹੁੰਦੀਆਂ, ਜਿਵੇਂ ਆਪਾਂ ਨੂੰ ਪਿੱਤ ਹੋ ਗਈ ਜਾਂ ਕੋਈ ਐਲਰਜੀ ਹੋ ਗਈ, ਤਾਂ ਵੀ ਆਪਾਂ ਉੱਥੇ ਡਾਕਟਰ ਦੀ ਸਲਾਹ ਨਾਲ ਪਾਊਡਰ ਲਗਾਉਂਦੇ ਹਾਂ। ਹੁਣ ਬੁੱਕ ਵਿੱਚੋਂ ਪੜ੍ਹਾਂਗੇ ਟੈਲਕਮ ਪਾਊਡਰ। ਗਰਮੀਆਂ ਵਿੱਚ ਖਾਸ ਕਰਕੇ ਅਤੇ ਕਈ ਲੋਕਾਂ ਨੂੰ ਸਰਦੀਆਂ ਵਿੱਚ ਵੀ ਵਗਲਾਂ ਹੇਠਾਂ ਪਸੀਨਾ ਆਉਂਦਾ ਹੈ। ਇਹ ਪਸੀਨਾ ਕੱਪੜੇ ਚੂਸ ਲੈਂਦੇ ਹਨ ਅਤੇ ਫਿਰ ਕੱਪੜਿਆਂ ਵਿੱਚੋਂ ਪਸੀਨੇ ਦੀ ਬਦਬੂ ਆਉਂਦੀ ਹੈ। ਇਸ ਲਈ ਜਿਨ੍ਹਾਂ ਥਾਵਾਂ 'ਤੇ ਪਸੀਨਾ ਆਉਂਦਾ ਹੈ ਉੱਥੇ ਜੇਕਰ ਟੈਲਕਮ ਪਾਊਡਰ ਪਾਇਆ ਜਾਏ ਤਾਂ ਇਹ ਪਾਊਡਰ ਪਸੀਨਾ ਚੂਸ ਲੈਂਦਾ ਹੈ, ਜਿਸ ਨਾਲ ਨਾ ਤਾਂ ਕੱਪੜੇ ਵਧੇਰੇ ਪਸੀਨਾ ਚੂਸਦੇ ਹਨ ਅਤੇ ਬਦਬੂ ਵੀ ਨਹੀਂ ਆਉਂਦੀ ਜਾਂ ਘੱਟ ਆਉਂਦੀ ਹੈ। ਪਰ ਜਦੋਂ ਟੈਲਕਮ ਪਾਊਡਰ ਦੀ ਵਰਤੋਂ ਕੀਤੀ ਜਾਏ ਤਾਂ ਦਿਨ ਵਿੱਚ 1 ਜਾਂ 2 ਵਾਰੀ ਨਹਾਉਣਾ ਚਾਹੀਦਾ ਹੈ ਅਤੇ ਖਾਸ ਕਰਕੇ ਪਾਊਡਰ ਵਾਲੀ ਥਾਂ ਤੋਂ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਪਾਊਡਰ ਮੁਸਾਮਾਂ ਵਿੱਚ ਫਸ ਜਾਂਦਾ ਹੈ ਅਤੇ ਪਸੀਨਾ ਬਾਹਰ ਨਹੀਂ ਨਿਕਲ ਸਕਦਾ, ਜੋ ਕਿ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਛੋਟੇ ਬੱਚਿਆਂ ਲਈ ਖਾਸ ਪਾਊਡਰ ਵਰਤਿਆ ਜਾਂਦਾ ਹੈ, ਜਿਨ੍ਹਾਂ ਦੀਆਂ ਬਾਹਾਂ, ਲੱਤਾਂ ਦੇ ਜੋੜਾਂ ਅਤੇ ਗਰਦਨ 'ਤੇ ਪਾਊਡਰ ਮਲਣਾ ਚਾਹੀਦਾ ਹੈ। ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਪਾਊਡਰ ਜੰਮੇ ਨਾ। ਪਾਊਡਰ ਨੂੰ ਪਹਿਲਾਂ ਹੱਥ 'ਤੇ ਪਾ ਕੇ ਫਿਰ ਹੱਥ ਨਾਲ ਜਾਂ ਰੂੰ ਨਾਲ ਜਾਂ ਫੱਬ ਨਾਲ ਲਗਾਉਣਾ ਚਾਹੀਦਾ ਹੈ। ਸਿੱਧੇ ਡੱਬੇ ਤੋਂ ਪਾਊਡਰ 'ਤੇ ਛਿੜਕਣ ਨਾਲ ਇਹ ਉੱਡ ਕੇ ਨੱਕ ਮੂੰਹ ਵਿੱਚ ਚਲਾ ਜਾਂਦਾ ਹੈ, ਜਿਸ ਨਾਲ ਜ਼ੁਕਾਮ ਲੱਗ ਜਾਂਦਾ ਹੈ। ਅੱਜ ਕੱਲ੍ਹ ਕਈ ਦਵਾਈਆਂ ਵਾਲੇ ਟੈਲਕਮ ਪਾਊਡਰ ਵੀ ਮਿਲਦੇ ਹਨ, ਜਿਹੜੇ ਕਿ ਪਿੱਤ ਲਈ, ਪੈਰਾਂ ਦੀ ਖਾਰਸ਼ ਲਈ ਜਾਂ ਚਮੜੀ ਦੀਆਂ ਕਈ ਬਿਮਾਰੀਆਂ ਲਈ ਵਰਤੇ ਜਾਂਦੇ ਹਨ। ਹੁਣ ਆਪਾਂ ਪੜ੍ਹਾਂਗੇ ਕੱਪੜਿਆਂ ਬਾਰੇ, ਵੀ ਆਦਮੀ ਨੂੰ ਕੱਪੜੇ ਕਿਉਂ ਪਾਉਣੇ ਚਾਹੀਦੇ ਹੈ। ਆਦਮੀ ਨੂੰ ਅਲੱਗ-ਅਲੱਗ ਮੌਸਮ ਤੋਂ ਬਚਣ ਲਈ ਕੱਪੜੇ ਪਾਉਣ ਦੀ ਲੋੜ ਪੈਂਦੀ ਹੈ। ਸਰਦੀ ਗਰਮੀ ਤੋਂ ਬਚਣ ਲਈ, ਸੱਟ ਲੱਗਣ ਤੋਂ ਬਚਣ ਲਈ, ਸੋਹਣੇ ਲੱਗਣ ਲਈ, ਜੋ ਕਿ ਤੁਸੀਂ 6ਵੀਂ ਕਲਾਸ 'ਚ ਵੀ ਪੜ੍ਹਿਆ ਸੀਗਾ ਇਹਨਾਂ ਬਾਰੇ। ਕੱਪੜੇ ਕਈ ਤਰ੍ਹਾਂ ਦੇ ਹੁੰਦੇ ਹੈ, ਅਲੱਗ-ਅਲੱਗ ਮੌਸਮ ਦੇ ਅਲੱਗ-ਅਲੱਗ ਕੱਪੜੇ ਹੁੰਦੇ ਹੈ। ਇਹ ਆਪਾਂ ਨੂੰ ਜਾਨਵਰਾਂ ਤੋਂ ਜਾਂ ਪੇੜ ਪੌਦਿਆਂ ਤੋਂ ਪ੍ਰਾਪਤ ਹੁੰਦੇ ਹੈ। ਸੂਤੀ ਅਤੇ ਲੀਲਨ ਦਾ ਕੱਪੜਾ ਜਿਹੜਾ ਹੈਗਾ ਉਹ ਆਪਾਂ ਨੂੰ ਪੌਦਿਆਂ ਤੋਂ ਮਿਲਦਾ ਹੈ ਅਤੇ ਗਰਮੀਆਂ ਵਿੱਚ ਪਾਇਆ ਜਾਂਦਾ ਹੈ। ਸਿਲਕ ਦਾ ਕੱਪੜਾ ਜਿਹੜਾ ਹੈਗਾ ਉਹ ਸਿਲਕ ਦੇ ਕੀੜੇ ਤੋਂ ਮਿਲਦਾ ਹੈ। ਊਨੀ ਕੱਪੜਾ ਜਿਹੜਾ ਹੈਗਾ ਇਹ ਜਾਨਵਰਾਂ ਦੇ ਬਾਲਾਂ ਤੋਂ ਮਿਲਦਾ ਹੈ ਅਤੇ ਸਰਦੀਆਂ ਵਿੱਚ ਪਾਏ ਜਾਂਦੇ ਹੈ। ਸੂਤੀ ਕੱਪੜਾ ਜਿਹੜਾ ਹੈਗਾ ਕਪਾਹ ਦੀ ਜਿਹੜੀ ਰੂਹ ਹੁੰਦੀ ਹੈ ਉਸ ਤੋਂ ਮਿਲਦਾ ਹੈ। ਸਿਲਕ ਹੈਗਾ ਉਹ ਕੀੜਿਆਂ ਤੋਂ ਮਿਲਦਾ ਹੈ। ਇਸ ਨੂੰ ਕੀੜੇ ਨੂੰ ਸਹਿਤੂਤ ਦੇ ਪੱਤੀਆਂ ਉੱਤੇ ਪਾਲਿਆ ਜਾਂਦਾ ਹੈ
ਤੇ ਇਸ ਤੋਂ ਸਿਲਕ ਪ੍ਰਾਪਤ ਕੀਤਾ ਜਾਂਦਾ ਹੈ। ਕੁਝ ਕੱਪੜੇ ਮਨੁੱਖ ਦੁਆਰਾ ਮਸ਼ੀਨਾਂ ਤੋਂ ਵੀ ਬਣਾਏ ਜਾਂਦੇ ਹੈ, ਜਿਵੇਂ ਟੇਰਾਨੀਨ, ਨਾਈਲੋਨ। ਇਹ ਹਲਕੇ ਹੁੰਦੇ ਹੈ, ਧੋਣ ਵਿੱਚ ਵੀ ਆਸਾਨ ਹੁੰਦੇ ਹੈ ਅਤੇ ਹੰਢਣਹਾਰ ਹੁੰਦੇ ਹੈ। ਇਹਨਾਂ ਨੂੰ ਪ੍ਰੈਸ ਕਰਨ ਦੀ ਵੀ ਲੋੜ ਨਹੀਂ ਹੁੰਦੀ। ਹੁਣ ਆਪਾਂ ਬੁੱਕ ਵਿੱਚੋਂ ਪਾਠ ਪੜ੍ਹਾਂਗੇ, ਠੀਕ ਢੰਗ ਨਾਲ ਕੱਪੜੇ ਪਹਿਨਣੇ। ਕੁਦਰਤ ਨੇ ਜਾਨਵਰਾਂ ਦੀ ਚਮੜੀ ਇਸ ਤਰ੍ਹਾਂ ਦੀ ਬਣਾਈ ਹੈ ਕਿ ਉਹ ਗਰਮੀ ਸਰਦੀ ਤੋਂ ਆਪਣੀ ਰੱਖਿਆ ਕਰ ਸਕਣ, ਪਰੰਤੂ ਆਦਮੀ ਦੀ ਚਮੜੀ ਉੱਤੇ ਵਧੇਰੇ ਵਾਲ ਜਾਂ ਉਹਨਾਂ ਦੀ ਚਮੜੀ ਦੇ ਥੱਲੇ ਮੋਟੀ ਚਰਬੀ ਦੀ ਤਹਿ ਨਾ ਹੋਣ ਕਾਰਨ ਉਹਨਾਂ ਨੂੰ ਆਪਣੇ ਆਪ ਨੂੰ ਮੌਸਮ ਦੀਆਂ ਸਮੱਸਿਆਵਾਂ ਤੋਂ ਬਚਾਉਣ ਲਈ ਕੱਪੜਿਆਂ ਦਾ ਪ੍ਰਯੋਗ ਕਰਨਾ ਪੈਂਦਾ ਹੈ। ਕੱਪੜੇ ਪਹਿਨਣ ਦੇ ਹੋਰ ਵੀ ਕਈ ਕਾਰਨ ਹਨ। ਪਹਿਲਾ, ਸਰੀਰ ਨੂੰ ਗਰਮੀ ਸਰਦੀ ਅਤੇ ਬਾਹਰ ਦੀਆਂ ਸੱਟਾਂ ਤੋਂ ਬਚਾਉਣਾ। ਦੂਜਾ, ਸਰੀਰ ਦੀ ਗਰਮੀ ਨੂੰ ਠੀਕ ਰੱਖਣਾ। ਤੀਜਾ, ਜੇਕਰ ਸਰਦੀਆਂ ਵਿੱਚ ਪੂਰੇ ਕੱਪੜੇ ਨਾ ਪਾਏ ਜਾਣ ਤਾਂ ਸਰੀਰ ਦੇ ਅੰਦਰਲੇ ਅੰਗ ਸਰੀਰ ਦੀ ਗਰਮੀ ਠੀਕ ਰੱਖਣ ਲਈ ਜ਼ਿਆਦਾ ਕੰਮ ਕਰਨ ਲੱਗ ਜਾਂਦੇ ਹਨ, ਜਿਸ ਨਾਲ ਸਰੀਰ ਦੀ ਗਰਮੀ ਅਤੇ ਤਾਕਤ ਨਸ਼ਟ ਹੁੰਦੀ ਹੈ। ਚੌਥਾ, ਕੱਪੜੇ ਆਪਣੇ ਆਪ ਨੂੰ ਸਜਾਉਣ ਅਤੇ ਆਪਣੀ ਮਰਿਆਦਾ ਕਾਇਮ ਰੱਖਣ ਲਈ ਵੀ ਪਹਿਨੇ ਜਾਂਦੇ ਹਨ। ਜਿਹੜਾ 6ਵੀਂ ਸ਼੍ਰੇਣੀ ਦਾ ਪਹਿਲਾ ਪਾਠ ਤੁਸੀਂ ਜਿਹਦੇ ਵਿੱਚ ਕੱਪੜਿਆਂ ਦੀ ਲੋੜ ਦੀ ਦੁਹਰਾਈ ਕਰੋ। ਮੌਸਮ ਅਨੁਸਾਰ ਕੱਪੜੇ ਪ੍ਰਾਣੀਜਨ ਜਾਂ ਬਨਸਪਤੀ ਰੇਸਿਆਂ ਤੋਂ ਬਣਾਏ ਜਾ ਸਕਦੇ ਹਨ। ਸੂਤੀ ਕੱਪੜੇ ਇਹ ਕਪਾਹ ਦੇ ਬਣਾਏ ਜਾਂਦੇ ਹਨ। ਸੂਤੀ ਕੱਪੜੇ ਗਰਮੀ ਦੇ ਚੰਗੇ ਸੰਚਾਲਕ ਹੁੰਦੇ ਹਨ ਅਤੇ ਪਾਣੀ ਨੂੰ ਬਹੁਤ ਜ਼ਿਆਦਾ ਨਹੀਂ ਚੂਸਦੇ। ਸੂਤੀ ਕੱਪੜਾ ਵਧੇਰੇ ਹੰਢਣਹਾਰ ਅਤੇ ਸਸਤਾ ਹੁੰਦਾ ਹੈ, ਇਸ ਲਈ ਆਮ ਘਰਾਂ ਵਿੱਚ ਇਸ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ। ਗਰਮੀਆਂ ਵਿੱਚ ਹੇਠਲੇ ਅਤੇ ਬਾਹਰਲੇ ਕੱਪੜਿਆਂ ਲਈ ਅਤੇ ਸਰਦੀਆਂ ਲਈ ਅੰਦਰ ਪਹਿਨਣ ਵਾਲੇ ਕੱਪੜਿਆਂ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਲਿਨਨ ਇਹ ਵੀ ਪੌਦਿਆਂ ਤੋਂ ਬਣਾਈ ਜਾਂਦੀ ਹੈ। ਇਹ ਸੂਤੀ ਨਾਲੋਂ ਮਹਿੰਗੀ ਹੁੰਦੀ ਹੈ। ਦੇਖਣ ਵਿੱਚ ਇਹ ਸੂਤੀ ਨਾਲੋਂ ਚਮਕਦਾਰ, ਛੂਹਣ ਵਿੱਚ ਨਰਮ ਅਤੇ ਸੂਤੀ ਤੋਂ ਵਧੀਆ ਲੱਗਦੀ ਹੈ, ਪਰ ਪਹਿਨਣ ਅਤੇ ਧੋਣ ਵਿੱਚ ਸੂਤੀ ਦੀ ਤਰ੍ਹਾਂ ਹੀ ਹੁੰਦੀ ਹੈ। ਸਿਲਕ ਇਹ ਸਿਲਕ ਦੇ ਕੀੜਿਆਂ ਤੋਂ ਬਣਾਈ ਜਾਂਦੀ ਹੈ। ਇਹ ਗਰਮੀ ਦੀ ਚੰਗੀ ਸੁਚਾਲਕ ਨਹੀਂ ਹੁੰਦੀ ਅਤੇ ਪਾਣੀ ਵੀ ਜ਼ਿਆਦਾ ਨਹੀਂ ਚੂਸਦੀ, ਇਸ ਲਈ ਇਸ ਦੀ ਵਰਤੋਂ ਸਰਦੀਆਂ ਵਿੱਚ ਕੀਤੀ ਜਾਂਦੀ ਹੈ। ਸਿਲਕ ਨਰਮ ਅਤੇ ਚਮਕਦਾਰ ਹੋਣ ਦੇ ਕਾਰਨ ਪਹਿਨੀ ਹੋਈ ਸੋਹਣੀ ਲੱਗਦੀ ਹੈ, ਪਰ ਮਹਿੰਗੀ ਹੋਣ ਕਾਰਨ ਇਸ ਦੀ ਵਧੇਰੇ ਵਰਤੋਂ ਨਹੀਂ ਕੀਤੀ ਜਾਂਦੀ। ਉੱਨ ਇਹ ਗਰਮੀ ਦੀ ਚੰਗੀ ਸੁਚਾਲਕ ਨਹੀਂ ਅਤੇ ਪਾਣੀ ਵੀ ਵੱਧ ਚੂਸਦੀ ਹੈ, ਇਸ ਲਈ ਉੱਨੀ ਕੱਪੜੇ ਸਰਦੀਆਂ ਵਿੱਚ ਹੀ ਪਹਿਨੇ ਜਾਂਦੇ ਹਨ। ਉੱਨੀ ਕੱਪੜੇ ਖੁੱਲ੍ਹੇ ਬੁਣੇ ਹੋਏ ਹੁੰਦੇ ਹਨ। ਇਹਨਾਂ ਵਿਖਾਂ ਵਿੱਚ ਹਵਾ ਭਰ ਜਾਂਦੀ ਹੈ, ਜਿਹੜੀ ਸਰੀਰ ਦੀ ਗਰਮੀ ਨੂੰ ਬਾਹਰ ਨਹੀਂ ਜਾਣ ਦਿੰਦੀ। ਗਿੱਲੀ ਹੋਣ ਦੇ ਬਾਵਜੂਦ ਵੀ ਇਹ ਸਰੀਰ ਨਾਲ ਨਹੀਂ ਚਿਪਕਦੀ, ਕਿਉਂਕਿ ਇਹ ਵਧੇਰੇ ਪਾਣੀ ਨੂੰ ਚੂਸਦੀ ਹੈ। ਇਸ ਲਈ ਬਹੁਤ ਕਸਰਤ ਕਰਨ ਮਗਰੋਂ ਝਟਪਟ ਉੱਨੀ ਕੱਪੜੇ ਪਹਿਨ ਲੈਣੇ ਚਾਹੀਦੇ ਹਨ। ਉੱਨੀ ਕੱਪੜੇ ਥੋੜ੍ਹੇ ਖੁਰਦਰੇ ਹੁੰਦੇ ਹਨ, ਇਸ ਲਈ ਉੱਨੀ ਕੱਪੜੇ ਦੇ ਹੇਠਾਂ ਪਹਿਨਣ ਵਾਲੇ ਕੱਪੜੇ ਨਹੀਂ ਬਣਾਏ ਜਾਂਦੇ। ਟੇਰਾਲੀਨ, ਨਾਇਲੋਨ ਆਦਿ ਇਹ ਕੱਪੜੇ ਪਹਿਨਣ ਵਿੱਚ ਹਲਕੇ, ਧੋਣ ਵਿੱਚ ਆਸਾਨ ਅਤੇ ਜ਼ਿਆਦਾ ਦੇਰ ਚੱਲਣ ਵਾਲੇ ਹੁੰਦੇ ਹਨ। ਇਹ ਕੱਪੜੇ ਪਾਣੀ ਨਹੀਂ ਚੂਸਦੇ ਅਤੇ ਗਰਮੀ ਦੇ ਚੰਗੇ ਸੁਚਾਲਕ ਨਹੀਂ ਹੁੰਦੇ, ਇਸ ਲਈ ਗਰਮੀਆਂ ਵਿੱਚ ਨਹੀਂ ਪਹਿਨੇ ਜਾ ਸਕਦੇ। ਧੋਣ ਵਿੱਚ ਆਸਾਨ ਅਤੇ ਬਿਨਾਂ ਪ੍ਰੈਸ ਕੀਤੇ ਹੀ ਪਹਿਨੇ ਜਾ ਸਕਣ ਕਾਰਨ ਅੱਜ ਕੱਲ੍ਹ ਇਹਨਾਂ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਦੇ ਜੁਰਾਬ ਅਤੇ ਜਾਂਘੀਏ ਆਦਿ ਵੀ ਬਣਦੇ ਹਨ, ਕਿਉਂਕਿ ਇਹ ਜਲਦੀ ਫਟਦੇ ਨਹੀਂ, ਪਰੰਤੂ ਸੂਤੀ ਰੇਸਿਆਂ ਤੋਂ ਬਣੇ ਕੱਪੜੇ ਸਿਹਤ ਲਈ ਜ਼ਿਆਦਾ ਲਾਭਦਾਇਕ ਹਨ। ਦੇਖੋ ਬੱਚੋ, ਹੁਣ ਆਪਾਂ ਪੜ੍ਹਾਂਗੇ ਕੱਪੜੇ ਪਹਿਨਣ ਵੇਲੇ ਧਿਆਨ ਰੱਖਣ ਯੋਗ ਗੱਲਾਂ ਵੀ। ਆਪਾਂ ਨੂੰ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਆਪਾਂ ਕੱਪੜੇ ਬਣਾਉਂਦੇ ਹਾਂ। ਪਹਿਲੀ ਗੱਲ ਇਹ ਹੈ ਕਿ ਆਪਾਂ ਨੂੰ ਮੌਸਮ ਦੇ ਅਨੁਸਾਰ ਹੀ ਕੱਪੜੇ ਬਣਾਉਣੇ ਚਾਹੀਦੇ ਹੈ। ਸਰਦੀਆਂ ਦੇ ਵਿੱਚ ਉੱਨੀ ਕੱਪੜੇ ਅਤੇ ਗਰਮੀਆਂ ਵਿੱਚ ਸੂਤੀ ਕੱਪੜੇ। ਦੂਸਰੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਵੀ ਕੱਪੜੇ ਰੰਗਣ ਵਾਲਾ ਤੇਜ਼ ਰੰਗਾਂ ਦਾ ਵਰਤੋਂ ਕਰਦਾ ਹੈ। ਕਈ ਜਣਿਆਂ ਨੂੰ ਰੰਗ ਤੋਂ ਐਲਰਜੀ ਹੁੰਦੀ ਹੈ ਅਤੇ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਵੀ ਕੱਪੜਿਆਂ ਦਾ ਰੰਗ ਕਿਹੋ ਜਿਹਾ ਹੋਣਾ ਚਾਹੀਦਾ ਹੈ। ਤੀਸਰੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਵੀ ਹੇਠਾਂ ਪਾਉਣ ਵਾਲੇ ਕੱਪੜੇ ਜਿਹੜੇ ਹੈਗੇ ਉਹ ਵਧੀਆ ਹੋਣੇ ਚਾਹੀਦੇ ਹੈ। ਉਹਨਾਂ ਨੂੰ ਰੋਜ਼ ਬਦਲਣਾ ਚਾਹੀਦਾ ਹੈ। ਉਹ ਜ਼ਿਆਦਾ ਤੰਗ ਕਰਨ ਵਾਲੇ ਨਹੀਂ ਹੋਣੇ ਚਾਹੀਦੇ। ਤੀਸਰਾ ਇਹ ਹੈ ਵੀ ਆਪਾਂ ਨੂੰ ਰਾਤ ਨੂੰ ਪਾਉਣ ਵਾਲੇ ਕੱਪੜੇ ਅਤੇ ਦਿਨ ਦੇ ਵਿੱਚ ਪਾਉਣ ਵਾਲੇ ਕੱਪੜੇ ਵੱਖਰੇ ਵੱਖਰੇ ਹੋਣੇ ਚਾਹੀਦੇ ਹੈ ਅਤੇ ਕੱਪੜੇ ਜ਼ਿਆਦਾ ਟਾਈਟ ਨਹੀਂ ਹੋਣੇ ਚਾਹੀਦੇ। ਇਹਦੇ ਨਾਲ ਆਪਣਾ ਖੂਨ ਦਾ ਦੌਰਾ ਸਹੀ ਤਰੀਕੇ ਨਾਲ ਨਹੀਂ ਹੋਵੇਗਾ ਅਤੇ ਉੱਠਣਾ ਬੈਠਣਾ ਕੰਮ ਕਰਨਾ ਵੀ ਮੁਸ਼ਕਿਲ ਹੋ ਜਾਵੇਗਾ। ਗਰਮੀਆਂ ਵਿੱਚ ਬਾਹਰ ਜਾਣ ਵੇਲੇ ਵੀ ਆਪਾਂ ਨੂੰ ਸਿਰ ਦੇ ਉੱਤੇ ਟੋਪੀ ਜਾਂ ਦੁਪੱਟਾ ਲੈਣਾ ਚਾਹੀਦਾ ਹੈ।
ਸਰਦੀਆਂ ਵਿੱਚ ਵੀ ਟੋਪੀ ਲੈਣੀ ਚਾਹੀਦੀ ਹੈ, ਜਿਹਦੇ ਕਾਰਨ ਆਪਾਂ ਨੂੰ ਗਰਮੀ ਨਾ ਲੱਗੇ, ਸੂਰਜ ਦੀਆਂ ਕਿਰਨਾਂ ਜਿਹੜੀਆਂ ਸਿੱਧੀਆਂ ਨਾ ਪੈਣ। ਸਰਦਾਰਾਂ ਨੂੰ ਤਾਂ ਇਹ ਸੁਵਿਧਾ ਹੁੰਦੀ ਹੈ ਵੀ ਉਹ ਪੱਗੜੀ ਬੰਨ੍ਹ ਲੈਂਦੇ ਹੈ, ਉਹਨਾਂ ਨੂੰ ਨਾ ਸਰਦੀ ਵਿੱਚ ਫਰਕ ਪੈਂਦਾ ਨਾ ਗਰਮੀ ਵਿੱਚ ਫਰਕ ਪੈਂਦਾ ਹੈ। ਜੁਰਾਬਾਂ ਪਾਉਣ ਵੇਲੇ ਵੀ ਆਪਣੀਆਂ ਜ਼ਿਆਦਾ ਤੰਗ ਜੁਰਾਬਾਂ ਨਹੀਂ ਹੋਣੇ ਚਾਹੀਦੇ, ਉਹਨਾਂ ਦਾ ਜਿਹੜਾ ਇਲਾਸਟਿਕ ਹੁੰਦਾ ਹੈ ਉਹ ਟਾਈਟ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਉਹਦੇ ਕਾਰਨ ਆਪਣੀ ਲੱਤਾਂ ਜਿਹੜੀਆਂ ਘੁੱਟ ਜਾਣਗੀਆਂ ਅਤੇ ਖੂਨ ਦਾ ਦੌਰਾ ਪੂਰਾ ਨਹੀਂ ਹੋਵੇਗਾ। ਜੁਰਾਬਾਂ ਨੂੰ ਵੀ ਰੋਜ਼ ਬਦਲਣਾ ਚਾਹੀਦਾ ਹੈ, ਐਵੇਂ ਨਹੀਂ ਇੱਕ ਜੁਰਾਬ ਹੀ ਰੋਜ਼ ਹੀ ਪਾਈ ਜਾਓ ਅਤੇ ਬਦਬੂ ਆਈ ਜਾਵੇ। ਬੂਟ ਪਾਉਣ ਵੇਲੇ ਵੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਵੀ ਬੂਟ ਪੂਰੇ ਨਾਪ ਦੇ ਹੀ ਹੋਣੇ ਚਾਹੀਦੇ ਆ, ਨਾ ਜ਼ਿਆਦਾ ਖੁੱਲ੍ਹੇ ਹੋਣੇ ਚਾਹੀਦੇ ਆ, ਨਾ ਹੀ ਜ਼ਿਆਦਾ ਤੰਗ ਹੋਣੇ ਚਾਹੀਦੇ ਆ। ਜੇ ਤੰਗ ਹੋਵੇਗਾ ਤਾਂ ਪੈਰ ਕੁੱਟੇਗਾ, ਜੇ ਖੁੱਲ੍ਹੇ ਹੋਣਗੇ ਤਾਂ ਪੈਰਾਂ ਵਿੱਚ ਛਾਲੇ ਪੈ ਜਾਣਗੇ, ਚੱਲਣਾ ਵੀ ਔਖਾ ਹੋ ਜਾਂਦਾ ਹੈ। ਜ਼ਿਆਦਾ ਤਿੱਖੀ ਹੀਲ ਵਾਲੇ ਵੀ ਸੈਂਡਲ ਨਹੀਂ ਪਾਉਣੇ ਚਾਹੀਦੇ, ਇਹਦੇ ਨਾਲ ਆਪਾਂ ਨੂੰ ਚੱਲਣਾ ਔਖਾ ਹੋ ਜਾਂਦਾ ਹੈ ਅਤੇ ਪੈਰ ਸਹੀ ਨਹੀਂ ਰੱਖਿਆ ਜਾਂਦਾ। ਜੇ ਤਿੱਖੀ ਹੀਲ ਦੇ ਪਾਉਣ ਨੂੰ ਜੀ ਵੀ ਕਰਨ ਤਾਂ ਕਦੇ ਕਦੇ ਪਾਉਣੇ ਚਾਹੀਦੇ ਹੈ ਅਤੇ ਥੋੜ੍ਹੇ ਟਾਈਮ ਲਈ ਹੀ ਪਾਉਣੇ ਚਾਹੀਦੇ ਹੈ। ਖੇਡਣ ਵੇਲੇ ਬੱਚਿਆਂ ਨੂੰ ਕੱਪੜਿਆਂ ਦੇ ਬੂਟ ਪਾਉਣੇ ਚਾਹੀਦੇ ਹੈ, ਜਿਨ੍ਹਾਂ ਨੂੰ ਸਾਫ਼ ਕਰਨਾ ਅਤੇ ਧੋਣਾ ਵੀ ਆਸਾਨ ਹੁੰਦਾ ਹੈ। ਹੁਣ ਆਪਾਂ ਬੁੱਕ ਵਿੱਚੋਂ ਪਾਠ ਪੜ੍ਹਾਂਗੇ, ਕੱਪੜੇ ਪਹਿਨਣ ਵੇਲੇ ਧਿਆਨ ਰੱਖਣ ਯੋਗ ਗੱਲਾਂ। ਮੌਸਮ ਅਨੁਸਾਰ ਇਸ ਤਰ੍ਹਾਂ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਜਿਨ੍ਹਾਂ ਨਾਲ ਸਰੀਰ ਦਾ ਤਾਪਮਾਨ ਠੀਕ ਰਹਿ ਸਕੇ। ਗਰਮੀਆਂ ਵਿੱਚ ਹਲਕੇ ਖੁੱਲ੍ਹੇ ਅਤੇ ਫਿੱਕੇ ਰੰਗਾਂ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਸਰਦੀਆਂ ਵਿੱਚ ਕਾਲੇ ਜਾਂ ਗੂੜ੍ਹੇ ਰੰਗ ਦੇ ਕੱਪੜੇ ਪਹਿਨਣਾ ਲਾਭਵੰਦ ਹੈ, ਕਿਉਂਕਿ ਇਹ ਰੰਗ ਸਭ ਤੋਂ ਵੱਧ ਸੂਰਜ ਦੀਆਂ ਕਿਰਨਾਂ ਨੂੰ ਰਚਾ ਲੈਂਦੇ ਹਨ, ਜਿਸ ਕਰਕੇ ਠੰਡ ਨਹੀਂ ਲੱਗਦੀ। ਬੱਚੇ ਅਤੇ ਬੁੱਢਿਆਂ ਨੂੰ ਸਰਦੀਆਂ ਵਿੱਚ ਬਾਹਰ ਜਾਣ ਵੇਲੇ ਖਾਸ ਖਿਆਲ ਰੱਖਣਾ ਚਾਹੀਦਾ ਹੈ, ਕਿਉਂਕਿ ਇਹਨਾਂ ਨੂੰ ਜਲਦੀ ਸਰਦੀ ਲੱਗ ਜਾਂਦੀ ਹੈ। ਦੂਸਰਾ ਪੁਆਇੰਟ, ਕੱਪੜੇ ਰੰਗਣ ਵੇਲੇ ਤੇਜ਼ ਰੰਗ ਵੀ ਵਰਤੇ ਜਾਂਦੇ ਹਨ, ਇਸ ਲਈ ਰੰਗਦਾਰ ਕੱਪੜੇ ਖਰੀਦਣ ਸਮੇਂ ਖਾਸ ਖਿਆਲ ਰੱਖਣਾ ਚਾਹੀਦਾ ਹੈ। ਕਈ ਲੋਕਾਂ ਨੂੰ ਇਹਨਾਂ ਨਾਲ ਐਗਜ਼ੀਮਾ ਜਾਂ ਕੋਈ ਚਰਮ ਰੋਗ ਹੋ ਸਕਦਾ ਹਨ। ਰੰਗਦਾਰ ਕੱਪੜੇ ਹੇਠਲੇ ਕੱਪੜਿਆਂ ਲਈ ਨਹੀਂ ਵਰਤਣੇ ਚਾਹੀਦੇ। ਤੀਸਰਾ ਪੁਆਇੰਟ, ਹੇਠਲੇ ਕੱਪੜੇ ਜਿਹੜੇ ਨਾਲ ਲੱਗੇ ਰਹਿੰਦੇ ਹਨ ਹਰ ਰੋਜ਼ ਬਦਲਣੇ ਚਾਹੀਦੇ ਹਨ। ਇਹ ਸਾਫ਼ ਹੋਣੇ ਚਾਹੀਦੇ ਹਨ, ਵਧੇਰੇ ਤੰਗ ਨਹੀਂ ਹੋਣੇ ਚਾਹੀਦੇ ਅਤੇ ਇਸ ਤਰ੍ਹਾਂ ਦੇ ਰੇਸੇ ਦੇ ਬਣੇ ਹੋਣੇ ਜਿਹੜੇ ਜਲਦੀ ਪਾਣੀ ਚੂਸ ਲੈਣ ਅਤੇ ਜਲਦੀ ਸੁੱਕ ਵੀ ਜਾਣ। ਜੇਕਰ ਛੋਟੇ ਬੱਚਿਆਂ ਨੂੰ ਫਲਾਲੀਨ ਦੀਆਂ ਬਨੈਣਾ ਪਾਈਆਂ ਜਾਣ ਤਾਂ ਉਹ ਸਰਦੀ ਲੱਗਣ ਤੋਂ ਬਚ ਸਕਦੇ ਹਨ। ਚੌਥਾ ਪੁਆਇੰਟ, ਰਾਤ ਅਤੇ ਦਿਨ ਦੇ ਪਹਿਨਣ ਵਾਲੇ ਕੱਪੜੇ ਵੱਖ-ਵੱਖ ਹੋਣੇ ਚਾਹੀਦੇ ਹਨ। ਗਿੱਲੇ ਕੱਪੜੇ ਨਹੀਂ ਪਹਿਨਣੇ ਚਾਹੀਦੇ, ਖਾਸ ਕਰਕੇ ਰਾਤ ਨੂੰ ਸੌਣ ਵੇਲੇ, ਇਹਨਾਂ ਨਾਲ ਸਰਦੀ ਲੱਗ ਸਕਦੀ ਹੈ। ਪੰਜਵਾਂ ਪੁਆਇੰਟ, ਤੰਗ ਕੱਪੜੇ ਨਹੀਂ ਪਹਿਨਣੇ ਚਾਹੀਦੇ, ਇਹਨਾਂ ਨਾਲ ਖੂਨ ਦਾ ਦੌਰਾ, ਸਾਹ ਲੈਣ ਦੀ ਕਿਰਿਆ, ਪਾਚਨ ਕਿਰਿਆ ਅਤੇ ਪੱਠਿਆਂ ਦੀ ਹਿਲਚੁਲ ਠੀਕ ਤਰ੍ਹਾਂ ਨਹੀਂ ਹੋ ਸਕਦੀ ਅਤੇ ਠੀਕ ਤਰ੍ਹਾਂ ਆਸਾਨੀ ਨਾਲ ਉੱਠਣਾ ਬੈਠਣਾ ਅਤੇ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਪੇਟੀਆਂ ਵਧੇਰੇ ਕੱਸ ਕੇ ਨਹੀਂ ਬੰਨ੍ਹਣੀਆਂ ਚਾਹੀਦੀਆਂ ਅਤੇ ਇਲਾਸਟਿਕ ਵਾਲੇ ਹਿੱਸੇ ਵੀ ਵਧੇਰੇ ਤੰਗ ਨਹੀਂ ਹੋਣੇ ਚਾਹੀਦੇ। ਖੁੱਲ੍ਹੀ ਪੁਸ਼ਾਕ ਵਿੱਚ ਤੰਗ ਪੁਸ਼ਾਕ ਨਾਲੋਂ ਘੱਟ ਠੰਡ ਲੱਗਦੀ ਹੈ। ਖੁੱਲ੍ਹੇ ਕੱਪੜੇ ਪਹਿਨਣ ਨਾਲ ਕੱਪੜਿਆਂ ਅਤੇ ਸਰੀਰ ਦੇ ਵਿਚਕਾਰ ਇੱਕ ਤਰ੍ਹਾਂ ਦੀ ਤਹਿ ਬਣ ਜਾਂਦੀ ਹੈ, ਜਿਸ ਕਰਕੇ ਸਰੀਰ ਦੀ ਗਰਮੀ ਬਾਹਰ ਨਹੀਂ ਨਿਕਲਦੀ। ਛੇਵਾਂ ਪੁਆਇੰਟ, ਗਰਮੀਆਂ ਵਿੱਚ ਬਾਹਰ ਜਾਣ ਵੇਲੇ ਸਿਰ ਉੱਤੇ ਟੋਪੀ ਆਦਿ ਪਾਉਣੀ ਚਾਹੀਦੀ ਹੈ ਤਾਂ ਕਿ ਸਿਰ ਉੱਤੇ ਸੂਰਜ ਦੀਆਂ ਕਿਰਨਾਂ ਦਾ ਅਸਰ ਨਾ ਪਵੇ। ਸਰਦਾਰ ਨੂੰ ਇਸ ਗੱਲ ਲਈ ਸਹੂਲਤ ਹੁੰਦੀ ਹੈ ਕਿਉਂਕਿ ਉਹਨਾਂ ਦੇ ਸਿਰ ਉੱਤੇ ਪਗੜੀ ਜਾਂ ਪਟਕਾ ਬੰਨ੍ਹਿਆ ਹੁੰਦਾ ਹੈ। ਔਰਤਾਂ ਨੂੰ ਵੀ ਗਰਮੀਆਂ ਵਿੱਚ ਬਾਹਰ ਜਾਣ ਵੇਲੇ ਸਿਰ ਢੱਕ ਲੈਣਾ ਚਾਹੀਦਾ ਹੈ, ਗਰਦਨ ਨੂੰ ਵੀ ਢੱਕ ਕੇ ਰੱਖਣਾ ਚਾਹੀਦਾ ਹੈ। ਸੱਤਵਾਂ ਪੁਆਇੰਟ, ਜੁਰਾਬਾਂ ਵੀ ਵਧੇਰੇ ਤੰਗ ਨਹੀਂ ਹੋਣੀਆਂ ਚਾਹੀਦੀਆਂ। ਕਈ ਵਾਰੀ ਦੇਖਿਆ ਗਿਆ ਹੈ ਕਿ ਇਲਾਸਟਿਕ ਵਾਲੀ ਥਾਂ 'ਤੇ ਬੱਚਿਆਂ 'ਤੇ ਲਾਸਾਂ ਪੈ ਜਾਂਦੀਆਂ ਹਨ। ਇਸ ਤਰ੍ਹਾਂ ਖੂਨ ਠੀਕ ਤਰ੍ਹਾਂ ਦੌਰਾ ਨਹੀਂ ਕਰ ਸਕਦਾ, ਇਸ ਲਈ ਇਲਾਸਟਿਕ ਤੰਗ ਨਹੀਂ ਹੋਣਾ ਚਾਹੀਦਾ। ਪੈਰਾਂ 'ਤੇ ਪਸੀਨਾ ਵਧੇਰੇ ਆਉਂਦਾ ਹੈ, ਇਸ ਲਈ ਜੁਰਾਬਾਂ ਨੂੰ ਜੇਕਰ ਜਲਦੀ ਨਾ ਧੋਤਾ ਜਾਏ ਤਾਂ ਇਹਨਾਂ ਵਿੱਚੋਂ ਬਦਬੂ ਆਉਣ ਲੱਗ ਜਾਂਦੀ ਹੈ। 8ਵਾਂ ਪੁਆਇੰਟ, ਬੂਟ ਪੈਰਾਂ ਦੇ ਨਾਪ ਦੇ ਹੋਣੇ ਚਾਹੀਦੇ ਹਨ, ਨਾ ਤੰਗ ਅਤੇ ਨਾ ਹੀ ਖੁੱਲ੍ਹੇ। ਤੰਗ ਬੂਟਾਂ ਨਾਲ ਪੈਰ ਘੁੱਟੇ ਜਾਂਦੇ ਹਨ ਅਤੇ ਪੈਰਾਂ 'ਤੇ ਛਾਲੇ ਬਣ ਜਾਂਦੇ ਹਨ। ਵਧੇਰੇ ਖੁੱਲ੍ਹੇ ਬੂਟਾਂ ਵਿੱਚ ਵੀ ਪੈਰ ਹਿੱਲਦਾ ਰਹਿੰਦਾ ਹੈ, ਜਿਸ ਨਾਲ ਜ਼ਖਮ ਹੋ ਸਕਦੇ ਹਨ। ਬੂਟਾਂ ਦਾ ਤਲਾ ਸਖਤ ਨਹੀਂ ਹੋਣਾ ਚਾਹੀਦਾ ਤਾਂ ਕਿ ਚੱਲਣ ਵਿੱਚ ਆਸਾਨੀ ਰਹੇ। ਬੂਟਾਂ ਦੇ ਪੱਬ ਨੋਕਦਾਰ ਨਹੀਂ ਬਲਕਿ ਅੱਗੋਂ ਗੋਲ ਹੋਣੇ ਚਾਹੀਦੇ ਹਨ। ਔਰਤਾਂ ਨੂੰ ਵਧੇਰੇ ਉੱਚੀ ਏਟੀ ਵਾਲੇ ਸੈਂਡਲ, ਖਾਸ ਕਰਕੇ ਜਿਨ੍ਹਾਂ ਦੀ ਐਡੀ ਪਤਲੀ ਹੋਵੇ, ਨਹੀਂ ਪਹਿਨਣੇ ਚਾਹੀਦੇ ਕਿਉਂਕਿ ਇਹਨਾਂ ਨਾਲ ਲੱਤਾਂ ਅਤੇ ਪੈਰਾਂ 'ਤੇ ਵਧੇਰੇ ਬੋਝ ਪੈਂਦਾ ਹੈ। ਜੇਕਰ ਪਹਿਨਣੇ ਵੀ ਹੋਣ ਤਾਂ ਥੋੜ੍ਹੀ ਦੇਰ ਲਈ ਪਹਿਨਣੇ ਚਾਹੀਦੇ ਹਨ ਅਤੇ ਉਸ ਸਮੇਂ ਪਹਿਨਣੇ ਚਾਹੀਦੇ ਹਨ ਜਦੋਂ ਵਧੇਰੇ ਚੱਲਣਾ ਨਾ ਜਾਂ ਖਲੋਣਾ ਨਾ ਹੋਵੇ।
ਗਰਮੀਆਂ ਵਿੱਚ ਚੱਪਲ ਪਾਉਣੀ ਚਾਹੀਦੀ ਹੈ। ਖੇਡਣ ਵੇਲੇ ਬੱਚਿਆਂ ਨੂੰ ਕੱਪੜੇ ਦੇ ਬੂਟ ਪਹਿਨਣੇ ਚਾਹੀਦੇ ਹਨ। ਅੱਛਾ ਬੱਚੋ, ਤਾਂ ਆਪਣਾ ਇਹ ਪਹਿਲਾ ਪਾਠ ਨਿੱਜੀ ਦੇਖਭਾਲ ਇੱਥੇ ਹੀ ਖਤਮ ਹੁੰਦਾ ਹੈ। ਇਸ ਦੇ ਪ੍ਰਸ਼ਨ ਉੱਤਰ ਆਪਾਂ ਅਗਲੇ ਭਾਗ ਵਿੱਚ ਕਰਾਂਗੇ। ਮੇਰੀ ਵੀਡੀਓ ਨੂੰ ਤੁਸੀਂ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋਗੇ। ਕਮੈਂਟ ਬਾਕਸ 'ਚ ਕਮੈਂਟ ਵੀ ਕਰੋਗੇ ਕਿ ਮੇਰੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ। ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੀ ਇਹ ਵੀਡੀਓ ਵੇਖੀ ਹੈ।